आमीन। हालेलुया, हालेलुया। सो सब ਨੂੰ ਜੈ ਮਸੀਹ ਕੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਤੁਹਾਨੂੰ ਸਭ ਲੋਕਾਂ ਨੂੰ ਪਰਮੇਸ਼ਰ ਨੇ ਇਕੱਠਿਆ ਕੀਤਾ। ਹਾਲੇਲੂਇਆ। ਬਹੁਤ ਜ਼ਰੂਰੀ ਹੈ ਇਹਨਾਂ ਗੱਲਾਂ ਨੂੰ ਸਮਝਣਾ। ਪਰਮੇਸ਼ਰ ਹੈ ਜੋ ਲੋਕਾਂ ਨੂੰ ਇਕੱਠਿਆ ਕਰਦਾ ਹੈ। ਪਰਮੇਸ਼ਰ ਹੈ ਜੋ ਕਲੀਸਿਆ ਦਾ ਨਿਰਮਾਣ ਕਰਦਾ ਹੈ। ਕਿਉਂ? ਕਿਉਂਕਿ ਕਲੀਸਿਆ ਉਹਦੀ। ਹਾਲੇਲੂਇਆ। ਬਾਈਬਲ ਦੇ ਵਿੱਚ ਪ੍ਰਭੂ ਯਿਸੂ ਕਹਿੰਦੇ ਜਦ ਤੱਕ ਪਿਤਾ ਨਾ ਚਾਹੇ ਤਦ ਤੱਕ ਉਹਦੇ ਕੋਲ ਕੋਈ ਆ ਹੀ ਨਹੀਂ ਸਕਦਾ। ਹਾਲੇਲੂਇਆ। ਤੇ ਪਿਤਾ ਦੀ ਇੱਛਾ ਹੈ ਕਿ ਅਸੀਂ ਉਹਦੇ ਕੋਲ ਆਏ, ਔਰ ਇਹਦੇ ਵਿੱਚ ਸਾਡੀ ਕੋਈ ਖੂਬੀ ਲਿਆਕਤ ਨਹੀਂ। ਹਾਲੇਲੂਇਆ। ਸੋ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਚੁਣ ਲਿਆ, ਉਹਨੇ ਸਾਨੂੰ ਅਲੱਗ ਕੀਤਾ। ਹਾਲੇਲੂਇਆ। ਸੋ ਬੀਤੇ ਸਮੇਂ ਦੇ ਵਿੱਚ ਸਾਡੀ ਜੋ ਟੀਚਿੰਗ ਚੱਲ ਰਹੀ ਹੈ, ਜੋ ਅਸੀਂ ਸਟੱਡੀ ਕਰ ਰਹੇ ਹਾਂ ਬਾਈਬਲ ਸਟੱਡੀ, ਉਹ ਅਸੀਂ ਸਿੱਖ ਰਹੇ ਸੀ ਕਿ ਰਾਜਿਆਂ ਦੇ ਉੱਤੇ, ਕਿੰਗਡਮ ਦੇ ਉੱਤੇ। ਹਾਲੇਲੂਇਆ। ਸੋ ਅਸੀਂ ਸਿੱਖ ਰਹੇ ਸੀ ਜਿਸ ਤਰ੍ਹਾਂ ਬਾਈਬਲ ਦੇ ਵਿੱਚ ਸਾਨੂੰ ਦੱਸਿਆ ਗਿਆ ਸੀ ਕਿ ਆਪਣੇ ਦੁਸ਼ਮਣ ਦੀਆਂ ਚਾਲਾਂ ਤੋਂ ਅਣਜਾਣ ਨਾ ਰਹੋ, ਸ਼ੈਤਾਨ ਦੀਆਂ ਚਾਲਾਂ ਤੋਂ ਅਣਜਾਣ ਨਾ ਰਹੋ। ਹਾਲੇਲੂਇਆ। ਹੁਣ ਅਸੀਂ ਫਿਰ ਉਹਦੇ ਵਿੱਚ ਅੱਗੇ ਸਿੱਖਿਆ ਕਿ ਦੋ ਰਾਜ ਹਨ। ਹਾਲੇਲੂਇਆ। ਇੱਕ ਪਰਮੇਸ਼ਰ ਦਾ ਰਾਜ ਹੈ ਔਰ ਇੱਕ ਸ਼ੈਤਾਨ ਦਾ ਰਾਜ ਹੈ। ਹੁਣ ਆ ਦੋਨੋਂ ਰਾਜ ਜੋ ਹਨ ਆ ਯੁੱਧ ਦੇ ਵਿੱਚ ਹਨ। ਆ ਇੱਕ ਬੈਟਲ ਚੱਲ ਰਿਹਾ ਹੈ, ਆ ਇੱਕ ਯੁੱਧ ਚੱਲ ਰਿਹਾ ਹੈ। ਔਰ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਇੱਕ ਮਸੀਹੀ ਵਿਅਕਤੀ ਜਦ ਉਹ ਪ੍ਰਭੂ ਯਿਸੂ ਮਸੀਹਾ ਨੂੰ ਕਬੂਲ ਕਰਦਾ ਹੈ, ਜਦ ਉਹ ਬਪਤਿਸਮਾ ਲੈ ਲੈਂਦਾ ਹੈ, ਤਾਂ ਆਟੋਮੈਟਿਕਲੀ ਉਹ ਇਸ ਯੁੱਧ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ। ਹਾਲੇਲੂਇਆ। ਫੋਰ ਐਗਜ਼ਾਮਪਲ, ਜੇ ਅੱਜ ਇੰਡੀਆ ਦੇ ਉੱਤੇ ਪਾਕਿਸਤਾਨ ਅਟੈਕ ਕਰ ਦਵੇ ਤਾਂ ਜਿੰਨੇ ਵੀ ਇੰਡੀਅਨ ਸਿਟੀਜ਼ਨ ਹੈਗੇ ਆ ਉਹ ਆਟੋਮੈਟਿਕਲੀ ਪਾਕਿਸਤਾਨ ਦੀ ਨਿਗਾਹ ਦੇ ਵਿੱਚ ਐਨੀਮੀ ਹੋ ਗਏ। ਇੱਕ ਬੱਚਾ ਜੇ ਇੰਡੀਆ ਦੇ ਵਿੱਚ ਅੱਜ ਜਨਮ ਲਵੇਗਾ ਤਾਂ ਉਹ ਬੱਚਾ ਬਿਕੋਜ਼ ਆਫ ਬੀਇੰਗ ਇੰਡੀਅਨ ਹੈ, ਇਸ ਕਰਕੇ ਪਾਕਿਸਤਾਨ ਦੇ ਲਈ ਦੁਸ਼ਮਣ ਹੈ। ਹਾਲੇਲੂਇਆ। ਉਸੇ ਤਰੀਕੇ ਦੇ ਨਾਲ ਪ੍ਰਭੂ ਯਿਸੂ ਮਸੀਹਾ ਨੇ ਸਾਨੂੰ ਇੱਕ ਗੱਲ ਕਹੀ ਸੀ ਕਿ ਜਦ ਤੱਕ ਤੂੰ ਆਤਮਾ ਔਰ ਜਲ ਤੋਂ ਜਨਮ ਨਹੀਂ ਲੈਂਦਾ ਤਦ ਤੱਕ ਤੂੰ ਸਵਰਗ ਰਾਜ ਨੂੰ ਦੇਖ ਨਹੀਂ ਸਕਦਾ। ਮਤਲਬ ਕਿ ਆਤਮਾ ਔਰ ਜਲ ਤੋਂ ਜਨਮ ਲੈਣਾ ਬਹੁਤ ਜ਼ਰੂਰੀ ਹੈ। ਜਦ ਅਸੀਂ ਆਤਮਾ ਤੋਂ ਜਨਮ ਲੈਂਦੇ ਹਾਂ, ਜਦ ਅਸੀਂ ਜਲ ਤੋਂ ਜਨਮ ਲੈਂਦੇ ਹਾਂ, ਤਾਂ ਉਹਦੇ ਵਿੱਚ ਪਾਸਟਰ ਜੀ ਸਾਨੂੰ ਇੱਕ ਪ੍ਰਕਿਰਿਆ ਕਰਾਉਂਦੇ ਹਨ ਜਿਹਦੇ ਵਿੱਚ ਅਸੀਂ ਆਪਣੇ ਪਾਪਾਂ ਦੀ ਤੌਬਾ ਕਰਦੇ ਹਾਂ। ਹਾਲੇਲੂਇਆ। ਅਸੀਂ ਜਦ ਆਪਣੇ ਪਾਪਾਂ ਦੀ ਤੌਬਾ ਕਰਦੇ ਹਾਂ, ਕਿਉਂਕਿ ਅਸੀਂ ਹੁਣ ਇਸ ਚੀਜ਼ ਨੂੰ ਅੱਗੇ ਲਿਜਾਣਾ ਚਾਹੁੰਦਾ ਹਾਂ, ਅਸੀਂ ਸ਼ੈਤਾਨ ਦੇ ਰਾਜ ਦੇ ਬਾਰੇ ਸਿੱਖ ਲਿਆ, ਹੁਣ ਅਸੀਂ ਪਰਮੇਸ਼ਰ ਦੇ ਰਾਜ ਦੇ ਬਾਰੇ। ਹਾਲੇਲੂਇਆ। ਹੁਣ ਅਸੀਂ ਆਪਣੀ ਆਰਮੀ ਦੇ ਵੱਲ ਵੀ ਗੌਰ ਕਰਨਾ। ਹਾਲੇਲੂਇਆ। ਅਸੀਂ ਆਪਣੇ ਵੈਰੀ ਦੀ ਆਰਮੀ ਦੇਖੀ, ਅਸੀਂ ਉਹਦੀਆਂ ਚਾਲਾਂ ਦੇਖੀਆਂ। ਹੁਣ ਅਸੀਂ ਦੇਖਣਾ ਹੈ ਕਿ ਜੇ ਉਹਦੇ ਕੋਲ ਇੰਨੀ ਵੱਡੀ ਆਰਮੀ ਹੈ, ਉਹ ਇੰਨਾ ਜ਼ੋਰਾਵਰ ਹੈ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਉਹ ਜ਼ੋਰਾਵਰ ਹੈ। ਬਾਈਬਲ ਦੇ ਵਿੱਚ ਲਿਖਿਆ ਜਦ ਤੂੰ ਇੱਕ ਘਰ ਨੂੰ ਪਹਿਲੋਂ ਜੋ ਉਹਦੇ ਵਿੱਚ ਇੱਕ ਜ਼ੋਰਾਵਰ ਹੈ ਉਸ ਨੂੰ ਬੰਨਣਾ ਪਵੇਗਾ। ਹਾਲੇਲੂਇਆ। ਜੇ ਉਹਨੂੰ ਨਹੀਂ ਬੰਨਿਆ ਜਾਵੇਗਾ ਤਾਂ ਤੁਸੀਂ ਉਸ ਘਰ ਨੂੰ ਕਦੀ ਲੁੱਟ ਸਕਦੇ ਹੀ ਨਹੀਂ ਹੋ। ਹਾਲੇਲੂਇਆ। ਸੋ ਉਹ ਜ਼ੋਰਾਵਰ ਦੇ ਬਾਰੇ ਸਿੱਖ ਲਿਆ। ਔਰ ਬਾਈਬਲ ਦੇ ਵਿੱਚ ਇੱਕ ਹੋਰ ਗੱਲ ਲਿਖੀ ਹੈ, ਕਿਉਂਕਿ ਉੱਥੇ ਲਿਖਿਆ ਹੈ ਕਿ ਹੀ ਇਜ਼ ਦ ਪ੍ਰਿੰਸ ਆਫ ਵਰਲਡ, ਉਹ ਸੰਸਾਰ ਦਾ ਰਾਜਾ ਹੈ, ਪ੍ਰਧਾਨ ਹੈ। ਸੋ ਬਾਈਬਲ ਦੇ ਵਿੱਚ ਇੱਕ ਹੋਰ ਗੱਲ ਲਿਖੀ ਹੈ ਕਿ ਜੋ ਤੁਹਾਡੇ ਅੰਦਰ ਹੈ ਉਹ ਉਹਦੇ ਨਾਲ ਤਕੜਾ ਹੈ ਜੋ ਜਗਤ ਵਿੱਚ। ਹਾਲੇਲੂਇਆ। ਹੁਣ ਅਸੀਂ ਜਿਹੜੀ ਸਾਡੀ ਆਰਮੀ ਹੈ ਅੱਜ ਉਹਦੇ ਬਾਰੇ ਕੁਝ ਸਿੱਖਾਂਗੇ। ਹਾਲੇਲੂਇਆ। ਉਹਦੇ ਤੋਂ ਪਹਿਲਾਂ ਸਿੱਖਣ ਦੇ ਲਈ ਉਹ ਆਰਮੀ, ਅਸੀਂ ਉਸ ਰਾਜ ਦੇ ਵਿੱਚ ਕੀ ਕਰਨਾ ਹੁੰਦਾ ਹੈ, ਉਹਦੇ ਬਾਰੇ ਸਿੱਖਣਾ ਬਹੁਤ ਜ਼ਰੂਰੀ ਹੈ। ਸੋ ਆਈਏ ਮੇਰੇ ਨਾਲ ਖੋਲਾਂਗੇ ਲੂਕਾ ਦੀ ਅੰਜੀਲ, ਉਹਦਾ 15 ਅਧਿਆਏ, ਉਹਦੀ 10 ਆਇਤ ਦੇਖਾਂਗੇ। लूका दी अंजील 15 अध्याय ओदी 10 आयत। मैं तुमसे कहता कि इसी रीति से एक मन फिराने वाले पापी के विषय में परमेश्वर के स्वर्गदूतों के सामने आनंद होता है।
हाँ जी, हालेलुया। सो हालेलुया। जद एक व्यक्ति बपतिस्मा ਲੈਂਦਾ ਹੈ ਔਰ ਮਨ ਫਿਰਾ ਲੈਂਦਾ ਹੈ, ਹਾਲੇਲੂਇਆ, ਖਾਸ ਕਰਕੇ ਜਦ ਇੱਕ ਪਾਪੀ ਵਿਅਕਤੀ ਮਨ ਫਿਰਾਉਂਦਾ ਹੈ, ਤੌਬਾ ਕਰਦਾ ਹੈ ਇਸ ਸੰਸਾਰ ਤੋਂ ਔਰ ਪਾਪਾਂ ਤੋਂ, ਉਹ ਮਨ ਫਿਰਾਉਂਦਾ ਹੈ, ਤਾਂ ਬਾਈਬਲ ਕਹਿੰਦਾ ਹੈ ਕਿ ਤੁਹਾਨੂੰ ਪਤਾ ਪਾਸਟਰ ਜੀ ਇੱਕ ਦੇ ਕੋਲ ਇੱਕ ਕਾਗਜ਼ ਹੁੰਦਾ ਹੈ ਔਰ ਪਾਸਟਰ ਜੀ ਉਹਦੇ ਉੱਤੇ ਡੇਟ ਲਿਖਦੇ ਹਨ, ਨਾਮ ਲਿਖਦੇ ਹਨ, ਐਡਰੈਸ ਲਿਖਦੇ ਹਨ, ਹਾਲੇਲੂਇਆ। ਉਹਦੇ ਉੱਤੇ ਲਿਖਦੇ ਹਨ ਕਿ ਆ ਵਿਅਕਤੀ ਨੇ ਇੱਥੇ ਮਨ ਫਿਰਾਇਆ। ਪਰ ਇਹ ਕਾਗਜ਼ ਸਿਰਫ ਧਰਤੀ ਦੇ ਉੱਤੇ ਹੀ ਨਹੀਂ, ਸਵਰਗ ਦੇ ਵਿੱਚ ਵੀ ਇੱਕ ਬਹੁਤ ਵੱਡੀ ਉਸ ਦਿਨ ਘਟਨਾ ਹੁੰਦੀ ਹੈ, ਇੱਕ ਵੱਡੀ ਪਾਰਟੀ ਹੁੰਦੀ ਹੈ। ਸਵਰਗਦੂਤ ਬਹੁਤ ਆਨੰਦ ਕਰਦੇ ਹਨ, ਉਹ ਪਰਮੇਸ਼ਰ ਦਾ ਗੁਣਗਾਨ ਕਰਦੇ ਹਨ, ਔਰ ਉੱਥੇ ਵੀ ਇੱਕ ਕਿਤਾਬ ਹੈ ਜਿਹਨੂੰ ਦ ਬੁੱਕ ਆਫ ਲਾਈਫ ਕਿਹਾ ਜਾਂਦਾ ਹੈ, ਜੀਵਨ ਦੀ ਪੁਸਤਕ, ਜਿਹਦੇ ਵਿੱਚ ਤੁਹਾਡਾ ਨਾਮ ਲਿਖਿਆ ਜਾਂਦਾ ਹੈ। ਹੁਣ ਮੈਂ ਜੇ ਇਹਨੂੰ ਕੋਟ ਕਰੂੰਗਾ ਤਾਂ ਕਹੂੰਗਾ ਕਿ ਜਿਹੜੀ ਸਵਰਗ ਦੇ ਵਿੱਚ ਇੱਕ ਫੈਮਿਲੀ ਬੁੱਕ ਹੈ, ਹਾਲੇਲੂਇਆ। ਜਦ ਇੱਕ ਬੱਚਾ ਪੈਦਾ ਹੁੰਦਾ ਹੈ ਧਰਤੀ ਦੇ ਉੱਤੇ, ਤਾਂ ਤੁਹਾਨੂੰ ਪਤਾ ਰਾਸ਼ਨ ਕਾਰਡ ਦੇ ਵਿੱਚ ਉਹਦਾ ਨਾਮ ਲਿਖਿਆ ਜਾਂਦਾ ਹੈ, ਹਾਲੇਲੂਇਆ। ਰਾਸ਼ਨ ਕਾਰਡ ਜੋ ਹੁੰਦਾ ਹੈ ਉਹ ਇੱਕ ਏਦਾਂ ਦੀ ਜਗ੍ਹਾ ਹੁੰਦੀ ਹੈ ਜਿੱਥੇ ਜਿੱਦਾਂ ਬੱਚੇ ਪੈਦਾ ਹੋਈ ਜਾਣਗੇ ਉਦਾਂ ਉਹਦੇ ਵਿੱਚ ਨਾਮ ਦਰਜ ਹੋਈ ਜਾਣਗੇ, ਤਾਂ ਉਹ ਇੱਕ ਪ੍ਰੂਫ ਹੁੰਦਾ ਹੈ ਕਿ ਅਸੀਂ ਇਸ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ। ਉਸੇ ਤਰੀਕੇ ਦੇ ਨਾਲ ਸਵਰਗ ਦੇ ਵਿੱਚ ਇੱਕ ਕਿਤਾਬ ਹੈ ਜਿਹਦਾ ਨਾਮ ਹੈ ਜੀਵਨ ਦੀ ਪੁਸਤਕ, ਹਾਲੇਲੂਇਆ। ਜਿੱਦਾਂ ਪਾਪੀ ਲੋਕ ਤੌਬਾ ਕਰਦੇ ਹਨ, ਬਪਤਿਸਮਾ ਲੈਂਦੇ ਹਨ, ਪ੍ਰਭੂ ਯਿਸੂ ਮਸੀਹਾ ਦੇ ਪਿੱਛੇ ਚੱਲਣਾ ਸ਼ੁਰੂ ਕਰਦੇ ਹਨ, ਤਾਂ ਉਸੇ ਵਕਤ ਉਹਨਾਂ ਦਾ ਨਾਮ ਪੁਸਤਕ ਦੇ ਵਿੱਚ ਦਰਜ ਹੋ ਜਾਂਦਾ ਹੈ, ਸਵਰਗ ਦੇ ਵਿੱਚ ਜੀਵਨ ਦੀ ਪੁਸਤਕ ਦੇ ਵਿੱਚ ਲਿਖਿਆ ਜਾਂਦਾ ਹੈ, ਜਿਹੜੀ ਪੁਸਤਕ ਦਾ ਨਾਮ ਹੈ ਜੀਵਨ ਦੀ ਪੁਸਤਕ, ਅਰਥਾਤ ਸਵਰਗ ਦਾ ਰਾਸ਼ਨ ਕਾਰਡ, ਹਾਲੇਲੂਇਆ, ਹਾਲੇਲੂਇਆ। ਉਹਦੇ ਵਿੱਚ ਨਾਮ ਦਰਜ ਹੋ ਜਾਂਦਾ ਹੈ ਕਿ ਹੁਣ ਇਹ ਇੱਕ ਪਰਿਵਾਰ, ਨਵੇਂ ਪਰਿਵਾਰ ਦਾ ਹਿੱਸਾ ਹੋ ਗਿਆ। ਹੁਣ ਜਦ ਤੁਸੀਂ ਨਵੇਂ ਪਰਿਵਾਰ ਦੇ ਹਿੱਸੇ ਹੋ ਗਏ ਹੋ, ਜਦ ਤੁਸੀਂ ਸਵਰਗ ਦੇ ਵਿੱਚ ਜਨਮ ਲੈ ਲਿਆ ਹੈ, ਜਦ ਤੁਸੀਂ ਪਰਮੇਸ਼ਰ ਦੇ ਪਰਿਵਾਰ ਦੇ ਵਿੱਚ ਜਨਮ ਲੈ ਲਿਆ ਹੈ, ਤਾਂ ਫਿਰ ਹੁਣ ਤੁਸੀਂ ਆਮ ਵਿਅਕਤੀ ਤਾਂ ਰਹੇ ਹੀ ਨਹੀਂ, ਹਾਲੇਲੂਇਆ। ਹਾਲੇਲੂਇਆ। ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਆਮ ਹੋ? ਨਾ ਤੁਸੀਂ ਪਰਮੇਸ਼ਰ ਦੇ ਲਈ ਆਮ ਰਹੇ ਹੋ ਔਰ ਨਾ ਸ਼ੈਤਾਨ ਦੇ ਲਈ ਆਮ ਰਹੇ। ਜਦ ਤੁਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਜਨਮ ਲੈ ਲਿਆ, ਉੱਥੇ ਖੁਸ਼ੀਆਂ ਮਨਾਈਆਂ ਗਈਆਂ, ਤਾਂ ਤੁਹਾਨੂੰ ਪਤਾ ਹੈ ਹੈਰੋਦੇਸ ਦੇ ਕੋਲ ਉਸ ਵੇਲੇ ਜੋਤਸ਼ੀ ਗਏ ਔਰ ਜਾ ਕੇ ਕਹਿੰਦੇ ਇੱਕ ਰਾਜਾ ਜੰਮਿਆ ਜਿਹਦੇ ਰਾਜ ਦਾ ਅੰਤ ਕਦੀ ਨਾ ਹੋਵੇਗਾ। ਤਾਂ ਹੈਰੋਦੇਸ ਨੇ ਉਹਨੂੰ ਮਾਰਨ ਦੇ ਲਈ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ, ਹਾਲੇਲੂਇਆ। ਹਾਲੇਲੂਇਆ। ਜਦ ਤੁਸੀਂ ਜਨਮ ਲੈਂਦੇ ਹੋ ਤਾਂ ਤੁਸੀਂ ਵੀ ਇੱਕ ਰਾਜਕੁਮਾਰ ਹੋ ਗਏ, ਹਾਲੇਲੂਇਆ। ਯੂ ਆਰ ਨਾਟ ਅ ਨਾਰਮਲ ਪਰਸਨ, ਯੂ ਆਰ ਪ੍ਰਿੰਸ। ਤੁਸੀਂ ਰਾਜਕੁਮਾਰ ਹੋ, ਤੁਸੀਂ ਉਸ ਰਾਜੇ ਦੇ ਪੁੱਤਰ ਹੋਏ ਹੋ। ਜਦ ਤੁਸੀਂ ਸਵਰਗ ਰਾਜ ਵਿੱਚ ਜਨਮ ਲਿਆ ਤਾਂ ਉੱਥੇ ਜੋ ਅੰਧਕਾਰ ਦਾ ਰਾਜ ਹੈ, ਉੱਥੇ ਵੀ ਇੱਕ ਖਬਰ ਪਹੁੰਚ ਗਈ ਕਿ ਇੱਕ ਰਾਜਾ ਜੰਮਿਆ, ਹਾਲੇਲੂਇਆ। ਅੱਜ ਇੱਕ ਹੋਰ ਰਾਜਾ ਜੰਮ ਗਿਆ, ਅੱਜ ਉਹਦਾ ਇੱਕ ਹੋਰ ਪੁੱਤਰ ਬਣ ਗਿਆ, ਔਰ ਉਧਰ ਵੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਔਰ ਇੱਧਰ ਵੀ ਤਿਆਰੀ ਸ਼ੁਰੂ ਹੁੰਦੀ ਹੈ। ਉਧਰ ਤਿਆਰੀ ਇਸ ਚੀਜ਼ ਦੀ ਸ਼ੁਰੂ ਹੋ ਜਾਂਦੀ ਹੈ ਕਿ ਹੁਣ ਇਸ ਨੂੰ, ਇਹਦਾ ਨਾਮ ਅਸੀਂ ਉਸ ਰਾਜੇ ਦੀ ਪੁਸਤਕ ਚੋਂ ਕੱਢਣਾ ਹੈ, ਇਹਨੂੰ ਆਪਣੇ ਵੱਲ ਲੈ ਕੇ ਆਉਣਾ ਹੈ, ਔਰ ਪਰਮੇਸ਼ਰ ਦੇ ਵੱਲ ਇੱਕ ਤਿਆਰੀ ਹੁੰਦੀ ਹੈ ਕਿ ਇਸ ਬੱਚੇ ਦੀ ਸੁਰੱਖਿਆ ਕਰਨੀ, ਹਾਲੇਲੂਇਆ। ਹਾਲੇਲੂਇਆ। ਅਸੀਂ ਇਕੱਲੇ ਨਹੀਂ ਹਾਂ, ਹਾਲੇਲੂਇਆ। ਤੁਸੀਂ ਆਮ ਵਿਅਕਤੀ ਨਹੀਂ ਹੋ। ਆਈਏ ਅਸੀਂ ਦੇਖਾਂਗੇ, ਖੋਲਾਂਗੇ ਪਹਿਲਾ ਪਤਰਸ, ਉਹਦਾ 2 ਅਧਿਆਏ, ਉਹਦੀ 1 ਤੋਂ ਲੈ ਕੇ ਪਹਿਲਾਂ सिर्फ 3 तक पढ़ांगे। इसलिए सब प्रकार का भैर भाव और छल और कपट और ढा और निंदा को दूर करके नए जन्मे हुए बच्चों के समान निर्मल आत्मिक दूध की लालसा करो, ताकि उसके द्वारा उद्धार पाने के लिए बढ़ते जाओ, क्योंकि तुमने प्रभु की कृपा का स्वाद चख लिया है, उसके पास आकर। हाँ जी, 3 तक पढ़ना है सिर्फ, हो गया 3 तक कंप्लीट।
ਹਾਂਜੀ, ਸੋ ਇੱਥੇ ਲਿਖਿਆ ਹੈ ਕਿ ਇਸ ਕਰਕੇ ਤੁਸੀਂ ਨਵੇਂ ਜਨਮੇ ਬੱਚੇ ਦੀ ਤਰ੍ਹਾਂ ਸਭ ਵੈਰ ਵਿਰੋਧ ਸਭ ਚੀਜ਼ਾਂ ਤੋਂ ਦੂਰ ਹੋ ਕੇ ਨਿਰਮਲ ਦੁੱਧ ਦੀ ਇੱਛਾ ਕਰੋ। ਹਾਲੇਲੂਇਆ। ਸੋ हालेलुया। ਪਹਿਲੀ ਗੱਲ, ਜਦ ਤੁਸੀਂ ਜਨਮ ਲੈਣਾ ਹੈ ਤਾਂ ਤੁਸੀਂ ਸਭ ਚੀਜ਼ਾਂ ਨੂੰ ਛੱਡਣਾ ਹੈ। ਤੁਸੀਂ ਇੱਕ ਨਵੇਂ ਜਨਮੇ ਬੱਚੇ ਦੀ ਤਰ੍ਹਾਂ ਹੋ ਗਏ ਹੋ ਔਰ ਫਿਰ ਤੁਸੀਂ ਨਿਰਮਲ ਦੁੱਧ ਦੀ ਇੱਛਾ ਕਰਨੀ ਹੈ। ਹੁਣ ਇਸੇ ਚੈਪਟਰ ਦੀ 7 ਤੋਂ ਲੈ ਕੇ 10 ਤੱਕ ਪੜ੍ਹ दीजिए। सिर्फ 10 पे जाके रुक जाना है, 10 तक पढ़ना है, मतलब 10 कंप्लीट। हमारे लिए जो विश्वास करते हो वह तो बहुमूल्य है, पर जो विश्वास नहीं करते उनके लिए जिस पत्थर को राजमिस्त्री ने निकम्मा ठहराया था वही कोने का सिरा हो गया और ठेस लगने का पत्थर और ठोकर खाने की चट्टान हो गया, क्योंकि वे तो वचन को न मानकर ठोकर खाते हैं और इसी के लिए वे ठहराए भी गए हैं। पर हाँ जी, तुम एक मिनट रुको, ਅੱਗੇ ਤੋਂ ਹੀ ਅੱਗੇ ਕੰਟੀਨਿਊ ਕਰਿਓ। ਇੱਥੇ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹਾ ਕੁਝ ਲੋਕਾਂ ਦੇ ਲਈ ਤਾਂ ਕੋਨੇ ਦਾ ਪੱਥਰ ਠਹਿਰਿਆ ਔਰ ਕੁਝ ਲਈ ਠੋਕਰ ਦਾ ਪੱਥਰ ਠਹਿਰਿਆ। ਕੋਨੇ ਦਾ ਪੱਥਰ ਉਹਨਾਂ ਦੇ ਲਈ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਔਰ ਉਹਦੀ ਗੱਲ ਨੂੰ ਮੰਨੀ, ਔਰ ਠੋਕਰ ਦਾ ਪੱਥਰ ਉਹਦੇ ਲਈ ਜੋ ਉਹਦੇ ਵਚਨਾਂ ਨੂੰ ਨਹੀਂ ਮੰਨਦਾ। ਸੋ ਤੁਸੀਂ ਕੋਨੇ ਦੇ ਪੱਥਰ, ਤੁਹਾਡੇ ਲਈ ਪ੍ਰਭੂ ਯਿਸੂ ਮਸੀਹਾ ਇੱਕ ਕੋਨੇ ਦਾ ਪੱਥਰ ਹੋਣਾ ਚਾਹੀਦਾ। ਇੱਕ ਚੀਜ਼ ਨੂੰ ਹਮੇਸ਼ਾ ਯਾਦ ਰੱਖੀਏ, ਹੁਣ ਜਦ ਤੁਸੀਂ ਉਹਦੇ ਰਾਜ ਦੇ ਵਿੱਚ ਜਨਮ ਲਿਆ ਹੈ ਤਾਂ ਤੁਸੀਂ ਜ਼ਰੂਰੀ ਹੈ ਉਹਦੇ ਕਾਨੂੰਨਾਂ ਨੂੰ ਫੋਲੋ ਕਰੋ। ਹਾਂਜੀ, ਹੁਣ ਅੱਗੇ ਚੱਲੀਏ। पर तुम एक चुना हुआ वंश और राजपदधारी याजकों का समाज और पवित्र लोग और परमेश्वर की निज प्रजा हो, इसलिए कि जिसने तुम्हें अंधकार में से अपनी अद्भुत ज्योति में बुलाया है उसके गुण प्रकट करो। तुम ਰੁਕ ਜਾਓ, पहले ਹਾਲੇਲੂਇਆ। ਸੋ हालेलुया। ਤੁਸੀਂ ਇੱਥੇ ਬਾਈਬਲ ਦੱਸ ਰਿਹਾ ਹੈ ਕਿ ਜਦ ਤੁਸੀਂ ਵਿਸ਼ਵਾਸ ਕੀਤਾ ਪ੍ਰਭੂ ਯਿਸੂ ਮਸੀਹ ਦੇ ਉੱਤੇ, ਜਦ ਤੁਸੀਂ ਤੌਬਾ ਕਰ ਲਈ ਸਭ ਪਾਪਾਂ ਤੋਂ, ਇਸ ਦੁਨੀਆ ਤੋਂ ਮਨ ਫਿਰਾ ਲਿਆ, ਤਾਂ ਤੁਸੀਂ ਹੁਣ ਨਵੀਂ ਸ੍ਰਿਸ਼ਟੀ ਜਦ ਹੋ ਗਏ ਹੋ ਤਾਂ ਤੁਸੀਂ ਉਹਦੇ ਨਾਲੋਂ ਸਭ ਨਾਲੋਂ ਵੱਧ ਕੇ ਤੁਹਾਡਾ ਨਾਮ ਜਦ ਸਵਰਗ ਦੀ ਪੁਸਤਕ ਦੇ ਵਿੱਚ ਲਿਖਿਆ ਗਿਆ, ਉਸ ਫੈਮਿਲੀ ਬੁੱਕ ਦੇ ਵਿੱਚ ਲਿਖਿਆ ਗਿਆ, ਤਾਂ ਹੁਣ ਤੁਸੀਂ ਯਾਜਕਾਂ ਦੀ ਸ਼ਾਹੀ ਮੰਡਲੀ, ਉਹਦੀ ਆਪਣੀ ਪ੍ਰਜਾ, ਉਹਦੇ ਆਪਣੇ ਲੋਕ, ਉਹਦੇ बेटे और बेटियां हो गए। हालेलुया। सो याद रखिए कि तुसी नॉर्मल आम व्यक्ति नहीं हो, तुसी खास हो गए हो। और जद तुसी खास हो गए हो, जद तुसी तौबा कर ली है, जद तुसी परमेश्वर दे वचनां दे उत्ते चल रहे हो, ਤਾਂ ਪਰਮੇਸ਼ਰ ਫਿਰ ਤੁਹਾਨੂੰ ਇਕੱਲਾ ਨਹੀਂ ਛੱਡਦਾ, ਕਿਉਂਕਿ ਪਰਮੇਸ਼ਰ ਜਾਣਦਾ ਹੈ ਕਿ ਤੁਹਾਡਾ ਵੈਰੀ ਜੋ ਹੈ ਉਹ ਤੁਹਾਨੂੰ ਨਾਸ਼ ਕਰਨ ਦੇ ਲਈ ਨਿਕਲਿਆ ਹੋਇਆ ਹੈ। ਸੋ ਪਰਮੇਸ਼ਰ ਕੀ ਕਰਦਾ ਹੈ, ਆਈਏ ਖੋਲਾਂਗੇ ਇਬਰਾਨੀਆਂ ਦਾ ਖਤ, ਦ ਬੁੱਕ ਆਫ ਹਿਬਰੂ, ਉਹਦਾ 1 ਅਧਿਆਏ ਚੈਪਟਰ 1 ਉਹਦੀ 13 ਤੋਂ ਲੈ ਕੇ 14 ਤੱਕ ਸਿਰਫ। और स्वर्ग दूतों में से उसने किससे कब कहा तू मेरे दाहिने हाथ बैठ, जब तक कि मैं तेरे वैरियों को तेरे पांव के नीचे की पीढ़ी ना कर दूं? क्या वे सब सेवा टहल करने वाली आत्माएं नहीं जो उद्धार पाने वालों के लिए सेवा करने को भेजी जाती हैं? ਹਾਲੇਲੂਇਆ। ਸੋ ਬਾਈਬਲ ਕਹਿੰਦਾ ਹੈ ਕਿ ਜੋ ਉद्धार ਪਾ ਲੈਂਦੇ ਹਨ ਉਹਨਾਂ ਦੇ ਲਈ ਸੇਵਾ ਕਰਨ ਵਾਲੀਆਂ ਆਤਮਾਵਾਂ ਅਰਥਾਤ ਸਵਰਗ ਦੂਤਾਂ ਨੂੰ ਭੇਜਿਆ ਜਾਂਦਾ ਹੈ। ਹਾਲੇਲੂਇਆ। हालेलुया। ਸਾਡੇ ਲਈ ਪਰਮੇਸ਼ਰ ਫੇ ਸਵਰਗ ਦੂਤਾਂ ਨੂੰ ਭੇਜਦਾ ਹੈ ਤਾਂ ਕਿ ਸਾਡੀ ਸੁਰੱਖਿਆ ਪਰਮੇਸ਼ਰ ਦੇ ਦੂਤ ਕਰਨ। ਸੋ ਮੇਰੇ ਪਿਆਰੇ ਪਰਮੇਸ਼ਰ ਦੇ ਲੋਕੋ, ਤੁਸੀਂ ਇਕੱਲੇ ਨਹੀਂ ਹੋ। ਤੁਹਾਡੇ ਲਈ ਪਰਮੇਸ਼ਰ ਦੇ ਦੂਤ ਹਰ ਵਕਤ ਹੁੰਦੇ ਹਨ ਜੋ ਤੁਹਾਡੀ ਸੁਰੱਖਿਆ ਕਰਨ। ਜੇ ਅਸੀਂ ਜ਼ਬੂਰਾਂ ਦੀ ਪੁਸਤਕ ਖੋਲਾਂਗੇ, ਉਹਦਾ 34 ਅਧਿਆਏ ਉਹਦੀ 7 ਆਇਤ ਕੀ ਕਹਿੰਦੀ ਹੈ, ਆइए देखेंगे। यहोवा के द्रव्यों के चारों ओर उसका दूत छावनी किए हुए उनको बचाता है। सुनिए, हालेलुया। हालेलुया। परमेश्वर ਦੇ ਡਰਨ ਵਾਲੇ, ਹਾਲੇਲੂਇਆ, हालेलुया। ਜੋ ਪਰਮੇਸ਼ਰ ਦੇ ਬੱਚੇ ਹਨ, ਜੋ ਉਹਦੇ ਤੋਂ ਡਰਦੇ ਹਨ, ਜੋ ਉਹਦਾ ਖੌਫ ਖਾਂਦੇ ਹਨ, ਜੋ ਇਸ ਚੀਜ਼ ਉਹਦੀ ਇੱਜ਼ਤ ਕਰਦੇ ਹਨ, ਉਹਦੇ ਵਚਨਾਂ ਨੂੰ ਮੰਨਦੇ ਹਨ, ਉਹਨਾਂ ਦੇ ਇਰਦ ਗਿਰਦ ਪਰਮੇਸ਼ਰ ਦੇ ਦੂਤ ਹਰ ਵੇਲੇ ਪਹਿਰਾ ਦਿੰਦੇ ਹਨ। ਹਾਲੇਲੂਇਆ।
ਇੱਕ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਲਿਖਿਆ ਹੈ, ਉੱਥੇ ਲਿਖਿਆ ਹੈ ਕਿ ਪਰਮੇਸ਼ਰ ਆਪਣੇ ਦੂਤਾਂ ਨੂੰ ਆਗਿਆ ਦਿੰਦਾ ਹੈ ਕਿ ਉਹ ਤੈਨੂੰ ਆਪਣੇ ਹੱਥਾਂ ਤੇ ਉਠਾ ਕੇ ਚੱਲਣ ਤਾਂ ਕਿ ਤੇਰੇ ਪੈਰ ਨੂੰ ਠੋਕਰ ਨਾ ਲੱਗੇ। ਹਾਲੇਲੂਇਆ। ਇਹ ਲਿਖਿਆ ਹੈ ਜ਼ਬੂਰ 91 ਦੀ 11, ਅਸੀਂ ਪੜਾਂਗੇ ਨਹੀਂ, ਪਰ ਮੈਂ ਤੁਹਾਨੂੰ ਉਹਦਾ ਦੱਸ ਰਿਹਾ ਕਿ ਉੱਥੇ ਲਿਖਿਆ ਹੈ ਕਿ ਪਰਮੇਸ਼ਰ ਆਪਣੇ ਦੂਤਾਂ ਨੂੰ ਆਗਿਆ ਦਿੰਦਾ ਹੈ ਕਿ ਉਹ ਤੁਹਾਨੂੰ ਆਪਣੇ ਹੱਥਾਂ ਤੇ ਉਠਾ ਲਵੇ ਤਾਂ ਕਿ ਤੁਹਾਡੇ ਪੈਰ ਨੂੰ ਠੋਕਰ ਵੀ ਨਾ ਲੱਗੇ। ਹਾਲੇਲੂਇਆ। ਬੀਤੇ ਸਮੇਂ ਦੇ ਵਿੱਚ ਜਦ ਅਸੀਂ ਉਸ ਸ਼ੈਤਾਨ ਦੇ ਰਾਜ ਦੇ ਬਾਰੇ ਸਿੱਖ ਰਹੇ ਸੀ ਤਾਂ ਉਹਦੇ ਵਿੱਚ ਅਸੀਂ ਦੇਖਿਆ ਸੀ ਕਿ ਪਰਮੇਸ਼ਰ ਆਪਣੇ ਦੂਤ ਨੂੰ ਵੀ ਕਿੱਦਾਂ ਘੱਲਦਾ ਹੈ। ਹਾਲੇਲੂਇਆ। ਅਸੀਂ ਦਾਨੀਏਲ ਦੀ ਕਿਤਾਬ ਦੇ ਵਿੱਚ ਪੜਿਆ ਸੀ, ਤੁਹਾਨੂੰ ਯਾਦ ਹੈ ਕਿ ਜਦ ਦਾਨੀਏਲ ਨੇ ਪ੍ਰਾਰਥਨਾ ਕੀਤੀ ਔਰ 21ਵੇਂ ਦਿਨ ਜਿਬਰਾਇਲ ਉਹਦੇ ਕੋਲ ਆਇਆ ਪਰਮੇਸ਼ਰ ਦਾ ਸੁਨੇਹਾ ਲੈ ਕੇ, ਤਾਂ ਉਹਨੇ ਦੱਸਿਆ, ਕਹਿੰਦੇ ਕਿ 20 ਦਿਨ ਮੈਨੂੰ ਰੋਕੇ ਰੱਖਿਆ। ਜਦ ਮੈਨੂੰ ਰੋਕਿਆ ਰੱਖਿਆ ਤਾਂ ਮਿਕਾਇਲ ਜੋ ਯੋਧਾ ਪ੍ਰਧਾਨ ਹੈ, ਜੋ ਸਵਰਗ ਦੂਤਾਂ ਦਾ ਪ੍ਰਧਾਨ ਹੈ, ਜੋ ਸਭ ਤੋਂ ਸਟਰੋਂਗੈਸਟ ਐਂਜਲ ਹੈ, ਹਾਲੇਲੂਇਆ, ਉਹ ਉਤਰ ਆਇਆ, ਉਹਨੇ ਮੇਰੀ ਮਦਦ ਕੀਤੀ ਔਰ ਫਿਰ ਮੈਂ ਤੇਰੇ ਤੱਕ ਪਹੁੰਚਿਆ। ਹਾਲੇਲੂਇਆ। ਹਾਲੇਲੂਇਆ। ਸੋ ਪਰਮੇਸ਼ਰ ਆਪਣੇ ਦੂਤਾਂ ਨੂੰ ਭੇਜਦਾ ਹੈ। ਆइए ਇੱਕ ਵਾਕਿਆ ਦੇ ਵੱਲ ਅਸੀਂ ਚੱਲਾਂਗੇ ਜੋ ਬਾਈਬਲ ਦੇ ਵਿੱਚ ਹੋਇਆ। ਖੋਲਾਂਗੇ ਦੂਜਾ ਰਾਜਾ ਉਹਦਾ 6 ਅਧਿਆਏ, ਉਹਦੀ 14 ਤੋਂ ਲੈ ਕੇ 17 ਤੱਕ। ਹੌਲੀ ਹੌਲੀ ਪੜ੍ਹੀਏਗਾ, ਜਿੱਥੇ ਮੈਂ ਰੁਕਣ ਨੂੰ ਕਹੂੰਗਾ ਉੱਥੇ ਰੁਕ ਜਾਈਏ। 6 ਦੀ 14 ਤੋਂ ਲੈ ਕੇ 17 तक हौली हौली। वहां घोड़ों और रथों समेत एक भारी दल भेजा और रुक जाइए। ਇੱਥੇ ਕੀ ਹੋਇਆ? ਇੱਥੇ ਇੱਕ राज्य ਦਾ ਰਾਜਾ ਸੀ ਜੋ ਅਲੀਸ਼ਾ ਨਬੀ ਦੇ ਖਿਲਾਫ ਹੋਇਆ ਔਰ ਉਹਨੇ ਕੀ ਕੀਤਾ? ਅਲੀਸ਼ਾ ਨਬੀ ਨੂੰ ਫੜਨ ਦੇ ਲਈ ਇੱਕ ਵੱਡੀ ਸੈਨਾ ਕੱਲੀ ਔਰ ਉਸ ਸੈਨਾ ਦੇ ਵਿੱਚ ਬਹੁਤ ਸਾਰੇ ਸਿਪਾਹੀ ਲੋਕ ਸੀ। ਉਹ ਆਪਣੇ ਘੋੜੇ ਔਰ ਰੱਥਾਂ ਦੇ ਨਾਲ ਉਹਨਾਂ ਨੇ ਅਲੀਸ਼ਾ ਨਬੀ ਜਿਹੜੇ ਪਹਾੜ ਦੇ ਉੱਤੇ ਰਹਿੰਦਾ ਸੀ ਉਸ ਪਹਾੜ ਨੂੰ ਘੇਰ ਲਿਆ ਹੈ। ਹਾਲੇਲੂਇਆ। ਜਿਸ ਤਰ੍ਹਾਂ ਅਸੀਂ ਵੀ ਹੁੰਦੇ ਹਾਂ, ਅਸੀਂ ਬਹੁਤ ਵਾਰ ਆਪਣੇ ਦੁਸ਼ਮਣਾਂ ਦੁਆਰਾ, ਆਪਣੇ ਵੈਰੀਆਂ ਦੁਆਰਾ ਘੇਰੇ ਜਾਂਦੇ ਹਾਂ। ਯਾਦ ਰੱਖੀਏਗਾ, ਸਾਡਾ ਯੁੱਧ ਲਹੂ ਮਾਸ ਨਾਲ ਨਹੀਂ। ਮੈਂ ਉਹਨਾਂ ਅੰਧਕਾਰ ਦੀ ਸ਼ਕਤੀਆਂ ਦੀ ਗੱਲ ਕਰ ਰਿਹਾ। ਹਾਲੇਲੂਇਆ। ਸਾਡਾ ਯੁੱਧ ਲਹੂ ਮਾਸ ਨਾਲ ਨਹੀਂ ਹੈ। ਪੂਰੀ ਸਿੱਖਿਆ ਦੇ ਵਿੱਚ ਕੀ, ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਆ ਚੀਜ਼ ਯਾਦ ਰੱਖੀਏ ਕਿ ਤੁਹਾਡਾ ਯੁੱਧ ਲਹੂ ਮਾਸ ਨਾਲ ਨਹੀਂ ਹੈ। ਜੇ ਤੁਹਾਡਾ ਭੈਣ ਭਰਾ, ਕੋਈ ਵਿਰੋਧੀ, ਕੋਈ ਗਵਾਂਢੀ ਤੁਹਾਡੇ ਖਿਲਾਫ ਉੱਠ ਕੇ ਖੜਾ ਹੋਇਆ ਹੈ ਤਾਂ ਯਾਦ ਰੱਖੀਏ ਤੁਹਾਡਾ ਯੁੱਧ ਲਹੂ ਮਾਸ ਨਾਲ ਨਹੀਂ ਹੈ, ਬਲਕਿ ਉਸ ਆਤਮਿਕ ਸ਼ਕਤੀ ਨਾਲ ਹੈ ਜਿਸ ਨੇ ਉਸ ਵਿਅਕਤੀ ਨੂੰ ਪ੍ਰਵੋਕ ਕੀਤਾ ਹੈ, ਉਹਨੂੰ ਉਭਾਰਿਆ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਗੜਬੜੀ ਕਰੇ। ਹਾਲੇਲੂਇਆ। ਪਰ ਹੁਣ ਆਪਾਂ ਫਿਰ ਆਪਣੇ ਵਿਸ਼ੇ ਦੇ ਵੱਲ ਦੁਬਾਰਾ ਚੱਲਾਂਗੇ। ਸੋ ਇੱਥੇ ਕੀ ਹੋਇਆ? ਅਲੀਸ਼ਾ ਨਬੀ ਨੂੰ, ਜੋ ਪਰਮੇਸ਼ਰ ਦਾ ਜਨ ਹੈ, ਜੋ ਪਰਮੇਸ਼ਰ ਦੇ ਵਚਨਾਂ ਤੇ ਚੱਲਦਾ ਹੈ, ਉਹਨੂੰ ਰੱਥਾਂ ਦੁਆਰਾ ਇੱਕ ਭਾਰੇ ਦਲ ਦੇ ਦੁਆਰਾ ਘੇਰ ਲਿੱਤਾ ਗਿਆ। ਹਾਂਜੀ ਅੱਗੇ। और उन्होंने रात को आकर नगर को घेर लिया। वो परमेश्वर के भगत का टहलुआ उठा और निकल कर क्या देखता है कि घोड़ों और रथों समेत एक दल नगर को घेरे हुए पड़ा है। तब उससे कहा, हाय मेरे स्वामी, हम क्या करें? उसने कहा, मत डर, क्योंकि जो हमारी ओर है वह उनसे अधिक है और जो उनकी ओर है। तब एलीशा रुक जाइए। हालेलुया। सो ਇੱਥੇ ਕੀ ਹੋਇਆ? ਇੱਥੇ ਅਲੀਸ਼ਾ ਨਬੀ ਦਾ ਜਿਹੜਾ ਦਾਸ ਸੀ, ਉਹਦਾ ਟਹਿਲੂਆ ਸੀ, ਉਹਦੀ ਸੇਵਾ ਕਰਨ ਵਾਲਾ ਸੀ, ਕਹਿੰਦੇ ਉਹਨੇ ਬਾਹਰ ਜਾ ਕੇ ਦੇਖਿਆ ਔਰ ਉਹਨੇ ਜਦ ਨਿਗਾਹ ਮਾਰੀ, ਇੰਨੀ ਭਾਰੀ ਸੈਨਾ, ਇੰਨਾ ਵੱਡਾ ਦਲ, ਕਹਿੰਦਾ ਉਹਨੇ ਜਦ ਦੇਖਿਆ ਤਾਂ ਉਹ ਘਬਰਾ ਗਿਆ, ਉਹ ਡਰ ਗਿਆ ਔਰ ਆ ਕੇ ਅਲੀਸ਼ਾ ਨਬੀ ਨੂੰ ਕਹਿ ਰਿਹਾ ਹੈ, ਕਹਿੰਦਾ ਸਵਾਮੀ ਅਸੀਂ ਕੀ ਕਰੀਏ? ਅਸੀਂ ਤਾਂ ਹੁਣ ਮਰ ਜਾਵਾਂਗੇ। ਤੈਨੂੰ ਪਤਾ ਹੈ ਕਿੱਡੀ ਭਾਰੀ ਸੈਨਾ ਹੈ ਬਾਹਰ ਜਿਹਨੇ ਸਾਨੂੰ ਘੇਰ ਲਿਆ ਹੈ, ਕਿੱਡੀ ਵੱਡੀ ਮੁਸ਼ਕਿਲ ਆ ਕੇ ਖੜੀ ਹੋ ਗਈ ਹੈ, ਕਿੰਨੇ ਸਾਰੇ ਅਸਤਰ ਸ਼ਸਤਰ ਲੈ ਕੇ ਸਾਨੂੰ ਮਾਰਨ ਦੇ ਲਈ ਖੜੇ ਹਨ, ਹੁਣ ਤਾਂ ਅਸੀਂ ਖਤਮ ਹਾਂ। ਹਾਲੇਲੂਇਆ। ਤਾਂ ਅਲੀਸ਼ਾ ਅੱਗੇ ਕਹਿੰਦਾ ਹੈ, ਨਾ ਡਰ। ਹਾਲੇਲੂਇਆ। ਨਾ ਡਰ, ਕਹਿੰਦਾ ਕਿਉਂਕਿ ਜੋ ਸਾਡੇ ਵੱਲ ਹਨ ਉਹ ਉਹਨਾਂ ਨਾਲੋਂ ਬਹੁਤ ਅਧਿਕ ਹਨ ਜਿੰਨੇ ਬਾਹਰ ਖੜੇ ਹਨ। ਹੁਣ ਇਹਨਾਂ ਦੇ ਵੱਲ ਕੌਣ ਹਨ? ਹਾਂਜੀ, ਹੁਣ ਅੱਗੇ ਚੱਲੀਏ ਇੱਕ ਆਇਤ ਹੋਰ।
तब एलीशा ने ये प्रार्थना की, हे यहोवा, इसकी आंखें खोल दे कि ये देख सके। तब यहोवा ने सेवक की आंखें खोल दी, और जब वह देख सका, तब क्या देखा कि एलीशा के चारों ओर का पहाड़ अग्निमय घोड़ों और रथों से भरा हुआ है। जब अरामी उसके पास रुक आए, जाइए, हालेलुया, रुक जाइए। ਸੋ ਕਹਿੰਦੇ ਕਿ ਫਿਰ ਅਲੀਸ਼ਾ ਨੇ ਪ੍ਰਾਰਥਨਾ ਕੀਤੀ ਕਿ ਪਰਮੇਸ਼ਰ ਇਹਦੀਆਂ ਵੀ ਅੱਖਾਂ ਖੋਲ ਕੇ ਇਹ ਦੇਖ ਸਕੇ ਕਿ ਸਾਡੇ ਨਾਲ ਕੌਣ ਹੈ, ਸਾਡੇ ਵੱਲ ਕੌਣ ਹੈ। ਤਾਂ ਕਹਿੰਦੇ ਕਿ ਜਦ ਪਰਮੇਸ਼ਰ ਨੇ ਅੱਖਾਂ ਖੋਲੀ ਔਰ ਉਹਨੇ ਦੁਬਾਰਾ ਬਾਹਰ ਜਾ ਕੇ ਦੇਖਿਆ ਤਾਂ ਉਹਨੇ ਦੇਖਿਆ ਕਿ ਅਰਾਮੀ ਸੈਨਾ ਨੂੰ ਘੇਰੇ ਹੋਏ ਪਰਮੇਸ਼ਰ ਦੇ ਅਗਨੀ ਦੂਤ, ਅਗਨੀ ਰੱਥਾਂ ਦੇ ਉੱਤੇ ਸਵਾਰ, ਉਹਨਾਂ ਦੇ ਨਾਲ ਇੱਕ ਵੱਡੀ ਸੈਨਾ ਨੇ ਉਹਨਾਂ ਨੂੰ ਘੇਰਿਆ ਹੋਇਆ ਸੀ। ਹਾਲੇਲੂਇਆ। हालेलुया। दो फोन एक जगह ते चलते पे, प्लीज अपने आप में म्यूट कर लीजिए। बैटरी लो। हाँ जी, फिर ਤੁਹਾਡੇ ਵਾਲੇ ਨੂੰ मैं म्यूट करदा हैगा, डैडी वाला ऑन जी। हालेलुया। सो परमेश्वर, सो ਉਹ ਕਹਿੰਦਾ ਕਿ ਜੋ ਸਾਡੇ ਵੱਲ ਹੈ ਉਹ ਉਹਦੇ ਨਾਲੋਂ ਵੱਧ ਗਿਆ। ਇੱਥੇ ਗੌਰ ਕਰੀਏ ਕਿ ਪਰਮੇਸ਼ਰ ਆਪਣੇ ਲੋਕਾਂ ਦੇ ਲਈ, ਹਜੇ ਅਲੀਸ਼ਾ ਨੇ ਪ੍ਰਾਰਥਨਾ ਨਹੀਂ ਕੀਤੀ ਸੀ ਕਿ ਪਰਮੇਸ਼ਰ ਆਪਣੀ ਸੈਨਾ ਭੇਜ। ਜਦ ਉਹ ਸੈਨਾ ਚੱਲੀ ਤਾਂ ਉਹ ਸੈਨਾ ਨੇ ਉੱਤੇ ਪਹੁੰਚ ਕੇ ਅਲੀਸ਼ਾ ਨੇ ਦੇਖਿਆ ਤਾਂ ਪਰਮੇਸ਼ਰ ਦੀ ਸੈਨਾ ਨਿਕਲ ਆਈ ਸੀ ਔਰ ਉਸ ਸੈਨਾ ਨੇ ਉਹਦੇ ਦੁਸ਼ਮਣਾਂ ਨੂੰ ਘੇਰ ਲਿਆ। ਹਾਲੇਲੂਇਆ। ਸੋ ਸਮਝਣਾ ਹੈ ਕਿ ਪਰਮੇਸ਼ਰ ਜੋ ਹੈ ਉਹ ਆਪਣੀ ਸੈਨਾ ਘੱਲਦਾ ਹੈ, ਔਰ ਜੇ ਅਸੀਂ ਆਪਣੇ ਜੀਵਨ ਨੂੰ ਦਾਨੀਅਲ ਦੀ ਤਰ੍ਹਾਂ ਬਣਾਵਾਂਗੇ ਤਾਂ ਤੁਹਾਨੂੰ ਦੱਸਦਾ ਹਾਂ ਪਰਮੇਸ਼ਰ ਆਪਣੇ ਦੂਤ ਮਿਕਾਇਲ ਨੂੰ ਵੀ ਘੱਲਦਾ ਹੈ। ਹਾਲੇਲੂਇਆ। हालेलुया। ਤਾਂ ਮਿਕਾਇਲ ਵੀ ਉਤਰ ਆਂਦਾ ਹੈ ਕਿ ਮੈਂ ਆਪਣੇ ਬੱਚੇ ਨੂੰ ਬਚਾਉਣ ਦੇ ਲਈ ਜਾਣਾ ਹੈ। ਹਾਲੇਲੂਇਆ। ਪਰ ਸ਼ਰਤ ਇਹ ਹੈ ਕਿ ਤੁਸੀਂ ਉਹਦੇ ਰਾਜ ਦੇ ਵਿੱਚ ਜਨਮ ਲਿੱਤੇ ਹੋਣੇ ਚਾਹੀਦੇ। ਹਾਲੇਲੂਇਆ। ਤੁਹਾਨੂੰ ਆਪਣੇ ਆਪ ਨੂੰ ਪਰਖਣਾ ਪਵੇਗਾ ਕਿ ਕੀ ਮੈਂ ਉਹਦੇ ਰਾਜ ਦੇ ਵਿੱਚ ਜਨਮ ਲਿੱਤਾ ਹੈ ਕਿ ਨਹੀਂ ਲਿੱਤਾ। ਜੇ ਤਾਂ ਤੁਸੀਂ ਉਹਦੇ ਰਾਜ ਦੇ ਵਿੱਚ ਜਨਮ ਲਿੱਤਾ ਹੈ ਤਾਂ ਜਾਣ ਲੀजिए ਕਿ ਪਰਮੇਸ਼ਰ ਜੋ ਹੈ ਉਹ ਬਹੁਤ ਵੱਡਾ ਕਾਰਜ ਤੁਹਾਡੇ ਲਈ ਕਰਦਾ ਹੈ। ਪਰਮੇਸ਼ਰ ਨੇ ਤੁਹਾਡੇ ਲਈ ਸੁਰੱਖਿਆ ਭੇਜੀ ਹੈ। ਪਰ ਜੇ ਤੁਸੀਂ ਉਹਦੇ ਰਾਜ ਦੇ ਵਿੱਚ ਹਜੇ ਤੱਕ ਜਨਮ ਨਹੀਂ ਲਿੱਤਾ ਤਾਂ ਤੁਸੀਂ ਉਸ ਅਟੈਕ ਦੇ, ਕੀ ਕਹਿ ਸਕਦਾ, ਤੁਹਾਡੇ ਉੱਤੇ ਹਮਲਾ ਹੋ ਸਕਦਾ ਹੈ। ਕਿਉਂਕਿ ਤੁਸੀਂ ਦੇਖੀਏ ਜਿਹੜਾ ਅਯੂਬ ਸੀ ਉਹਦੇ ਇਰਦ ਗਿਰਦ ਵੀ ਇੱਕ ਵਾੜਾ ਬੰਨਿਆ ਹੋਇਆ ਸੀ। ਹਾਲੇਲੂਇਆ। ਸ਼ੈਤਾਨ ਉਦੋਂ ਤੱਕ ਅਯੂਬ ਨੂੰ ਹੱਥ ਨਹੀਂ ਲਗਾ ਸਕਿਆ ਜਦ ਤੱਕ ਉਹ ਵਾੜਾ ਉਹਦੇ ਇਰਦ ਗਿਰਦ ਰਿਹਾ। ਜਦ ਉਹ ਵਾੜਾ ਹਟਿਆ ਤਾਂ ਸ਼ੈਤਾਨ ਜੋ ਹੈ ਉਹਨੂੰ ਅਸੈਸ ਮਿਲ ਗਿਆ, ਉਹ ਅਯੂਬ ਨੂੰ ਜਾ ਕੇ ਸਤਾ ਸਕਿਆ, ਉਹਨੂੰ ਬਿਮਾਰ ਕਰ ਸਕਿਆ, ਉਹਨੂੰ ਸਮੱਸਿਆ ਦੇ ਵਿੱਚ ਪਾ ਸਕਿਆ। ਹਾਲੇਲੂਇਆ। हालेलुया। ਸੋ ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਨੂੰ ਸਿੱਖਣਾ। ਸੋ ਆਈਏ ਅਸੀਂ ਅੱਗੇ ਚੱਲਾਂਗੇ ਇਸ ਸਟੱਡੀ ਦੇ ਵਿੱਚ, ਖੋਲਾਂਗੇ ਇਫਸੀਆਂ ਦੀ ਕਿਤਾਬ, ਉਹਦਾ 4 ਅਧਿਆਇ, ਉਹਦੀ 13 ਆਇਤ। ਇਫਸੀਆਂ ਦੀ ਕਿਤਾਬ, ਉਹਦਾ ਚੈਪਟਰ 4 ਵਰਸ 13। जब तक कि हम सब के सब विश्वास और परमेश्वर के पुत्र की पहचान में एक ना हो जाएं और एक सिद्ध मनुष्य ना बन जाएं और मसीह के पूरे डील डॉल तक ना बढ़ जाएं, ताकि हम आगे को बालक ना रहे जो मनुष्यों को ठग विद्या और चतुराई से उनके भ्रम की युक्तियों के उपदेश के हर एक झोंके से उछाले और इधर उधर घुमाए जाते हो। बस 13। हालेलुया। सो ਇੱਥੇ ਲਿਖਿਆ ਹੈ ਕਿ ਅਸੀਂ ਹੁਣ ਕਰਨਾ ਕੀ ਹੈ। ਜਦ ਇੱਕ ਬੱਚੇ ਨੇ ਜਨਮ ਲਿਆ ਹੈ ਇੱਕ ਘਰ ਦੇ ਵਿੱਚ ਤਾਂ ਉਹਦੇ ਤੋਂ ਬਾਅਦ ਉਹਨੇ ਵਧਣਾ ਬਹੁਤ ਜ਼ਰੂਰੀ ਹੈ। ਜਦ ਤੁਸੀਂ ਬਪਤਿਸਮਾ ਲੈ ਲਿਆ ਔਰ ਉਹਦੇ ਤੋਂ ਬਾਅਦ ਤੁਹਾਡੀ ਵਧਣ ਦੀ ਪ੍ਰਕਿਰਿਆ ਹੋਣੀ ਬਹੁਤ ਜ਼ਰੂਰੀ ਹੈ। ਔਰ ਵਧਣ ਦੇ ਲਈ ਕੀ ਚਾਹੀਦੀ ਹੁੰਦੀ ਹੈ? ਖੁਰਾਕ ਚਾਹੀਦੀ ਹੁੰਦੀ ਹੈ। ਹਾਲੇਲੂਇਆ। ਔਰ ਪਿੱਛੇ ਅਸੀਂ ਪੜਿਆ ਕਿ ਤੂੰ ਇੱਕ ਨਵੇਂ ਜਨਮੇ ਬਾਲਕ ਦੀ ਤਰ੍ਹਾਂ ਨਿਰਮਲ ਦੁੱਧ ਦੀ ਲਾਲਸਾ ਕਰ। ਹਾਲੇਲੂਇਆ। ਉਹ ਨਿਰਮਲ ਦੁੱਧ ਕੀ ਹੈ? ਉਹ ਹੈ ਪਰਮੇਸ਼ਰ ਦਾ ਵਚਨ। ਹਾਲੇਲੂਇਆ।
ਸਾਨੂੰ ਵਚਨ ਦੀ ਖੁਰਾਕ ਲੈਣਾ ਬਹੁਤ ਜ਼ਰੂਰੀ ਹੈ। ਜਦ ਅਸੀਂ ਉਹਦੇ ਰਾਜ ਦੇ ਵਿੱਚ ਹੁਣ ਪੈਦਾ ਹੋ ਗਏ ਹਾਂ ਤਾਂ ਜ਼ਰੂਰੀ ਹੈ ਅਸੀਂ ਉਹ ਖੁਰਾਕ ਲਈਏ ਔਰ ਖੁਰਾਕ ਲੈ ਕੇ ਵੱਧਦੇ ਜਾਈਏ। ਹਾਲੇਲੂਇਆ। ਹੁਣ ਇੱਥੇ ਦੇਖਿਆ ਹੈ ਕਿ ਪਰਮੇਸ਼ਰ ਆਪਣੇ ਸਵਰਗਦੂਤਾਂ ਨੂੰ ਸਾਡੀ ਰੱਖਿਆ ਦੇ ਲਈ ਭੇਜ ਰਿਹਾ ਹੈ। ਕਿਉਂਕਿ ਅਸੀਂ ਉਸ ਵੇਲੇ ਬਿਲਕੁਲ ਇੱਕ ਛੋਟੇ ਜਿਹੇ ਬੱਚੇ ਸੀ, ਪਰ ਜਦ ਅਸੀਂ ਹੁਣ ਵੱਡੇ ਹੋ ਰਹੇ ਹਾਂ ਤਾਂ ਜ਼ਰੂਰੀ ਹੈ ਕਿ ਅਸੀਂ ਹੁਣ ਵੱਧਦੇ ਜਾਈਏ। ਹਾਲੇਲੂਇਆ। ਔਰ ਵੱਧਦੇ ਵੱਧਦੇ ਦੇਖੋ ਕਿ ਲਿਖਿਆ ਹੈ ਕਿ ਅਸੀਂ ਸਿੱਧ ਪੁਰਸ਼ ਬਣਨਾ ਹੈ। ਹਾਲੇਲੂਇਆ। ਕੌਣ ਮਾਂ ਪਿਓ ਚਾਹੁੰਦਾ ਹੈ ਕਿ ਉਹਦਾ ਬੱਚਾ ਜੋ ਹੈ ਉਹ 20 ਸਾਲ ਦਾ ਹੋ ਜਾਵੇ ਔਰ ਹਜੇ ਸਿਰਫ ਦੂਜੀ ਕਲਾਸ 'ਚ ਹੀ ਰਵੇ? ਨਹੀਂ। ਹਾਲੇਲੂਇਆ। ਹਰ ਮਾਤਾ ਪਿਤਾ ਚਾਹੁੰਦਾ ਹੈ ਕਿ ਸਾਡਾ ਬੱਚਾ ਵੱਧਦਾ ਜਾਵੇ। ਹਾਲੇਲੂਇਆ। ਉਹ ਵੱਡਿਆਂ ਵਾਂਗੂ ਗੱਲਾਂ ਕਰੇ। ਇੱਕ ਬੱਚਾ ਜੇ ਤੋਤਲਾ ਬੋਲਦਾ ਰਵੇ ਨਾ ਤਾਂ ਉਹਦੇ ਮਾਤਾ ਪਿਤਾ ਨੂੰ ਚਿੰਤਾ ਰਹਿੰਦੀ ਹੈ ਕਿ ਇੰਨਾ ਹੀ ਉਮਰ ਹੋ ਗਈ ਹਜੇ ਤੱਕ ਸਾਫ਼ ਬੋਲਣਾ ਕਿਉਂ ਨਹੀਂ ਸ਼ੁਰੂ ਹੋਇਆ। ਹਾਲੇਲੂਇਆ। ਕਿਉਂਕਿ ਉਹਦਾ ਪਿਤਾ ਚਾਹੁੰਦਾ ਹੈ ਕਿ ਆ ਜਦ ਵੱਧ ਰਿਹਾ ਹੈ ਤਾਂ ਹਰ ਚੀਜ਼ ਵਿੱਚ ਵਧੇ। ਉਸੇ ਤਰੀਕੇ ਨਾਲ ਇੱਥੇ ਲਿਖਿਆ ਹੈ ਕਿ ਤੂੰ ਵੱਧਦਾ ਜਾ ਔਰ ਪ੍ਰਭੂ ਯਿਸੂ ਮਸੀਹਾ ਦੇ ਡੀਲ ਡੋਲ ਤੱਕ ਪਹੁੰਚ, ਉਹਦੀ ਬਰਾਬਰੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰ, ਪਵਿੱਤਰਤਾਈ ਦੇ ਵਿੱਚ। ਔਰ ਜਿੰਨੇ ਵੀ ਗੁਣ ਉਹਦੇ ਵਿੱਚ ਉਹ ਸਭ ਗੁਣਾਂ ਨੂੰ ਆਪਣੇ ਅੰਦਰ ਲਿਆ ਕੇ ਇੱਕ ਸਿੱਧ ਮਨੁੱਖ ਬਣਨ ਦੀ ਕੋਸ਼ਿਸ਼ ਕਰ। ਹੁਣ ਜਦ ਅਸੀਂ ਫਿਰ ਪ੍ਰਭੂ ਯਿਸੂ ਮਸੀਹਾ ਦੀ ਲਾਈਕਨੈਸ ਦੇ ਵਿੱਚ ਹੋ ਜਾਵਾਂਗੇ ਤਾਂ ਤੁਹਾਨੂੰ ਪਤਾ ਜਦ ਸਮੱਸਿਆ ਆਵੇਗੀ, ਜਦ ਵੈਰੀ ਆਵੇਗਾ, ਫਿਰ ਤੁਸੀਂ ਜਦ ਪ੍ਰਾਰਥਨਾ ਕਰੋਗੇ ਤਾਂ ਤੁਹਾਨੂੰ ਪਤਾ ਕੀ ਕੀ ਹੋਵੇਗਾ। ਆਈਏ ਦੇਖਾਂਗੇ। ਖੋਲਾਂਗੇ ਮਤੀ ਦੀ ਅੰਜੀਲ ਉਹਦਾ 26 ਅਧਿਆਇ ਚੈਪਟਰ 26 ਵਰਸ 53। ਜਦ ਤੁਸੀਂ ਪ੍ਰਭੂ ਯਿਸੂ ਮਸੀਹਾ ਦੀ ਲਾइकनेस ਦੇ ਵਿੱਚ ਹੋਵੋਗੇ। यीशु ने उनसे कहा, हे मित्र, जिस काम के लिए तू आया है उसे कर ले। तब उन्होंने कहा 26 के 50 53 सॉरी, क्या तू नहीं जानता कि मैं अपने पिता से विनती कर सकता हूँ और वह स्वर्गदूतों की 12 पलटन से अधिक मेरे पास अभी उपस्थित कर देगा। रुकिए। हालेलुया। जब ਤੁਸੀਂ ਪ੍ਰਭੂ ਯਿਸੂ ਮਸੀਹਾ ਦੇ ਡੀਲ ਡੋਲ ਵਿੱਚ ਪਹੁੰਚੋਗੇ ਤਾਂ ਤੁਹਾਨੂੰ ਪਤਾ ਪ੍ਰਭੂ ਯਿਸੂ ਮਸੀਹਾ ਇੱਥੇ ਕਹਿੰਦੇ ਪਏ, ਇੱਥੇ ਕੀ ਹੋਇਆ, ਪਤਰਸ ਨੇ ਨਾ ਕੰਨ ਵੜ ਦਿੱਤਾ ਗੁੱਸੇ ਜਾ ਕੇ। ਤਾਂ ਪ੍ਰਭੂ ਯਿਸੂ ਮਸੀਹਾ ਉੱਥੇ ਪਤਰਸ ਨੂੰ ਕਹਿੰਦੇ ਆਪਣੀ ਕਿਰਪਾਨ ਨੂੰ ਮਿਆਨ 'ਚ ਰੱਖ, ਕਿਉਂਕਿ ਸਾਡਾ ਜਿਹੜਾ ਯੁੱਧ ਹੈ ਉਹ ਲਹੂ ਮਾਸ ਦੇ ਨਾਲ ਨਹੀਂ ਹੈ। ਤਾਂ ਪ੍ਰਭੂ ਯਿਸੂ ਮਸੀਹਾ ਕੀ ਕਹਿੰਦੇ, ਕਹਿੰਦੇ ਸੁਣ ਪਤਰਸ, ਕੀ ਤੂੰ ਨਹੀਂ ਜਾਣਦਾ ਕਿ ਜੇ ਮੈਂ ਹੁਣੇ ਪ੍ਰਾਰਥਨਾ ਕਰਾਂ ਨਾ ਆਪਣੇ ਬਾਪ ਦੇ ਅੱਗੇ ਤਾਂ ਕਹਿੰਦਾ ਮੇਰਾ ਬਾਪ ਮੇਰੇ ਲਈ 12 ਪਲਟਨਾ ਤੋਂ ਵੀ ਵੱਧ ਕੇ ਪਲਟਨਾ ਸਵਰਗਦੂਤਾਂ ਦੀਆਂ ਹੁਣੇ ਭੇਜ ਦਊਗਾ। ਹਾਲੇਲੂਇਆ। ਜਦ ਤੁਸੀਂ ਪ੍ਰਭੂ ਯਿਸੂ ਮਸੀਹਾ ਦੇ ਡੀਲ ਡੋਲ ਦੇ ਵਿੱਚ ਬਣ ਜਾਵੋਗੇ ਔਰ ਯਹੋਵਾ ਪਿਤਾ ਦੇ ਅੱਗੇ ਫਿਰ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਅਲੀਸ਼ਾ ਦੇ ਵੇਲੇ ਇੱਕ ਸੈਨਾ ਉਤਰੀ ਸੀ ਤਾਂ ਤੁਸੀਂ ਜਦ ਪ੍ਰਭੂ ਯਿਸੂ ਮਸੀਹਾ ਦੇ ਡੀਲ ਡੋਲ ਤੇ ਪਹੁੰਚ ਗਏ ਔਰ ਤੁਸੀਂ ਪ੍ਰਾਰਥਨਾ ਕਰੋਗੇ ਪਿਤਾ ਦੇ ਅੱਗੇ ਤਾਂ ਇੱਕ ਪਲਟਨ ਨਹੀਂ, ਕਿੰਨੀਆਂ 12 ਪਲਟਨਾ ਉਸੇ ਵੇਲੇ ਉਤਰਾ। 12 ਤੋਂ ਵੱਧ ਕੇ ਲਿਖਿਆ ਹੋਇਆ, 12 ਤੱਕ ਨਹੀਂ ਲਿਖਿਆ, 12 ਤੋਂ ਵੱਧ ਕੇ ਮਤਲਬ ਕਈ। ਔਰ ਤੁਹਾਨੂੰ ਪਤਾ 12 ਪਲਟਨਾਂ ਦੇ ਵਿੱਚ ਕਿੰਨੇ ਸਵਰਗਦੂਤ ਹੋਣਗੇ? ਇੱਕ ਸਵਰਗਦੂਤ ਲੱਖਾਂ ਨੂੰ ਮਾਰਦਾ ਹੈ। ਇੱਕ ਪਲਟਨ ਦੇ ਵਿੱਚ 6000 ਤੋਂ 7000 ਸੈਨਿਕ ਹੁੰਦੇ ਹਨ। ਹਾਲੇਲੂਇਆ। ਉਸ ਸਮੇਂ ਔਰ 12 ਪਲਟਨਾ ਮਤਲਬ ਕਿ ਨੀਅਰਲੀ ਮੋਰ ਦੈਨ 80,000 ਐਂਜਲਸ, 80,000 ਸਵਰਗਦੂਤਾਂ ਤੋਂ ਵੱਧ ਕੇ ਸਵਰਗਦੂਤ ਉਸੇ ਵਕਤ ਤੁਹਾਡੇ ਲਈ ਉਤਰਨਗੇ। ਤੁਹਾਡੀ ਸੁਰੱਖਿਆ ਬਹੁਤ ਜ਼ਬਰਦਸਤ ਹੈ। ਪਰ ਜੇ ਤੁਸੀਂ ਉਹਦੇ ਰਾਜ ਦੇ ਵਿੱਚ ਪੈਦਾ ਹੋਏ, ਜੇ ਤੁਸੀਂ ਪ੍ਰਭੂ ਯਿਸੂ ਮਸੀਹਾ ਦੇ ਡੀਲ ਡੋਲ ਤੱਕ ਪਹੁੰਚ ਰਹੇ ਹੋ, ਜੇ ਤੁਸੀਂ ਪ੍ਰਭੂ ਯਿਸੂ ਮਸੀਹਾ ਦੇ ਸੁਭਾਵ ਨੂੰ, ਪ੍ਰਭੂ ਯਿਸੂ ਮਸੀਹਾ ਦੀ ਇਮੇਜ ਦੇ ਵਿੱਚ ਉਹਦੇ ਵਿੱਚ ਰੰਗ ਗਏ ਹੋ, ਤੁਸੀਂ ਯਿਸੂ ਮਸੀਹਾ ਦੇ ਵਿੱਚ ਚਲੇ ਗਏ। ਹਾਲੇਲੂਇਆ। ਤਾਂ ਤੁਸੀਂ ਸੋਚੀਏ ਕੀ ਕੀ ਹੋਵੇਗਾ। ਔਰ ਤੁਹਾਨੂੰ ਪਤਾ ਪ੍ਰਭੂ ਯਿਸੂ ਮਸੀਹਾ ਇੱਕ ਜਗ੍ਹਾ ਤੇ ਕਹਿੰਦੇ ਆਈਏ ਅਸੀਂ ਪੜਾਂਗੇ ਯਹੂਨਾ ਦੀ ਕਿਤਾਬ ਉਹਦਾ 14 ਅਧਿਆਇ ਉਹਦੀ 23 ਐਤ। ਹਾਂਜੀ, ਇਹਦੇ ਤੋਂ ਪੜਨ ਤੋਂ ਪਹਿਲਾਂ ਖੋਲ ਕੇ ਰੱਖੀਏਗਾ, ਹਜੇ ਨਾ ਪੜੀਏ। ਸੋ ਤੁਹਾਨੂੰ ਇੱਕ
ਗੱਲ ਮੈਂ ਦੱਸਣਾ ਚਾਹੁੰਦਾ ਹਾਂ, ਮੈਨੂੰ ਇੱਕ ਗੱਲ ਯਾਦ ਆਈ। ਸੋ ਤੁਹਾਨੂੰ ਇੱਕ ਨਾ ਮੈਂ ਕਹਾਣੀ ਸੁਣੀ ਸੀ ਬੜੀ ਪਿਆਰੀ, ਉਹ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਚਾਹੁੰਦਾ ਹਾਂ। ਇੱਕ ਵਿਅਕਤੀ ਸੀਗਾ, ਉਹਨੇ ਸੋਚਿਆ ਕਿ ਮੈਂ ਨਾ ਇੱਕ ਨਾ ਨਵੀਂ ਗੱਡੀ ਲੈਣੀ ਆ, ਤੇ ਕਹਿੰਦੇ ਉਹ ਗੱਡੀ ਲੈਣ ਗਿਆ ਸ਼ੋਰੂਮ ਦੇ ਵਿੱਚ, ਉਹਨੇ ਗੱਡੀ ਪਸੰਦ ਕੀਤੀ, ਔਰ ਉਹਨੂੰ ਗੱਡੀ ਜਦ ਪਸੰਦ ਆ ਗਈ ਨਾ, ਉਹ ਸ਼ੋਰੂਮ ਦੇ ਵਿੱਚੋਂ ਗੱਡੀ ਲੈ ਕੇ ਜਦ ਨਿਕਲਿਆ, ਤਾਂ ਜਿੱਦਾਂ ਹੀ ਉਹ ਗੱਡੀ ਸ਼ੋਰੂਮ ਚੋਂ ਬਾਹਰ ਨਿਕਲੀ, ਤਾਂ ਕਹਿੰਦੇ ਇੱਕ ਨਾ ਮਧੂ ਮੱਖੀਆਂ ਦਾ ਨਾ ਪੂਰਾ ਝੁੰਡ ਉਸ ਗੱਡੀ ਦੇ ਪਿੱਛੇ ਲੱਗ ਗਿਆ। ਉਸ ਗੱਡੀ ਦੇ ਪਿੱਛੇ ਪੂਰਾ ਝੁੰਡ ਲੱਗਿਆ ਹੋਇਆ, ਉਹ ਜਿੱਥੇ ਜਾਵੇ ਉੱਥੇ ਉਹ ਮਧੂ ਮੱਖੀਆਂ, ਜਿੱਥੇ ਜਾਵੇ ਉਹ ਮਧੂ ਮੱਖੀਆਂ। ਵਿਚਾਰਾ ਹਰ ਵੇਲੇ ਡਰਦਾ ਰਵੇ, ਹਰ ਵੇਲੇ ਡਰਦਾ ਰਵੇ, ਉਹਨੂੰ ਸਮਝ ਨਾ ਆਵੇ। ਉਹਨੇ ਸੋਚਿਆ ਕਿ ਪਤਾ ਨਹੀਂ ਕੁਝ ਲੱਗਾ ਹੋਊਗਾ ਜਾਂ ਕੋਈ ਚੱਕਰ ਹੋਊਗਾ। ਉਹਨੇ ਜਾ ਕੇ ਗੱਡੀ ਧਵਾਈ, ਗੱਡੀ ਧਵਾ ਕੇ ਜਦ ਉਹਦੇ ਚੋਂ ਬਾਹਰ ਨਿਕਲੀ, ਮਧੂ ਮੱਖੀਆਂ ਫੇਰ ਪਿੱਛੇ ਪਿੱਛੇ ਪਿੱਛੇ। ਫੇਰ ਕੀ ਹੋਇਆ ਕਿ ਉਹ ਹਨੇਰੇ ਦੇ ਵਿੱਚ, ਉਹ ਕਹਿੰਦਾ ਕਿ ਏਦਾਂ ਕਰਦਾ ਮੈਂ, ਉਹਨੇ ਸਕੀਮ ਲਾਈ ਕਿ ਹਨੇਰੇ ਦੇ ਵਿੱਚ ਨਾ ਮੈਂ ਗੱਡੀ ਕਿਤੇ ਹੋਰ ਲੈ ਜਾਊਂਗਾ। ਤਾਂ ਜਦੋਂ ਹਨੇਰੇ ਵਿੱਚ ਵੀ ਗੱਡੀ ਲੈ ਕੇ ਗਿਆ, ਤਾਂ ਉਹ ਮਧੂ ਮੱਖੀਆਂ ਉਸ ਗੱਡੀ ਦੇ ਪਿੱਛੇ ਪਿੱਛੇ ਫੇਰ ਉਹਦਾ ਪਿੱਛੇ ਹੀ ਨੇ ਮਧੂ ਮੱਖੀਆਂ ਛੱਡੀਆਂ। ਉਹ ਬੜਾ ਪਰੇਸ਼ਾਨ ਹੋ ਗਿਆ। ਹਾਲੇਲੂਇਆ। ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ। ਜਦ ਉਹ ਇੰਨਾ ਪਰੇਸ਼ਾਨ ਹੋ ਗਿਆ, ਉਹ ਉਸ ਗੱਡੀ ਨੂੰ ਵਾਪਿਸ ਉਹ ਸ਼ੋਰੂਮ 'ਚ ਚਲਾ ਗਿਆ। ਉਹ ਜਦ ਸ਼ੋਰੂਮ 'ਚ ਲੈ ਕੇ ਗਿਆ ਨਾ, ਜਦ ਸ਼ੋਰੂਮ ਦੇ ਵਿੱਚ ਲੈ ਕੇ ਗਿਆ, ਤਾਂ ਉਹਨਾਂ ਨੇ ਕੀ ਕੀਤਾ, ਸਭ ਕੁਝ ਦੇਖਿਆ, ਆਲੇ ਦੁਆਲੇ ਦੇਖਿਆ, ਕੁਝ ਨਹੀਂ ਸੀ। ਉਹਨਾਂ ਨੇ ਫਿਰ ਗੱਡੀ ਖੋਲ ਕੇ ਅੰਦਰ ਪੂਰਾ ਚੈੱਕ ਕੀਤਾ, ਤਾਂ ਅੰਦਰ ਇੱਕ ਮੱਖੀ ਸੀ। ਹਾਲੇਲੂਇਆ। ਜਿਹਨੂੰ ਕਹਿੰਦੇ ਰਾਣੀ ਮੱਖੀ। ਅੰਦਰ ਕੌਣ ਸੀ? ਰਾਣੀ ਮੱਖੀ। ਹੁਣ ਜਿੱਥੇ ਜਿੱਥੇ ਰਾਣੀ ਮੱਖੀ ਜਾਵੇਗੀ, ਉੱਥੇ ਉੱਥੇ ਕੌਣ ਜਾਵੇਗੀ? ਉੱਥੇ ਉੱਥੇ ਸਾਰੀ ਮੱਖੀਆਂ ਦਾ ਝੁੰਡ, ਸਾਰੀ ਪਲਟਨ ਉੱਥੇ ਉੱਥੇ ਜਾਂਦੀ। ਹਾਲੇਲੂਇਆ। ਹਾਲੇਲੂਇਆ। ਇਸ ਚੀਜ਼ ਨੂੰ ਹੁਣ ਅਸੀਂ ਅਗਲੀ ਆਇਤ ਵਿੱਚ ਦੇਖਾਂਗੇ। ਹਜੇ ਆਪਾਂ ਦੇਖਿਆ ਸੀਗਾ ਕਿ 12 ਤੋਂ ਵੱਧ ਪਲਟਨਾਂ ਉਤਰੂਗੀਆਂ। ਹੁਣ ਅੱਗੇ ਦੇਖੀਏ ਪ੍ਰਭੂ ਯਿਸੂ ਮਸੀਹਾ ਕੀ ਕਹਿ ਰਹੇ ਹਨ। ਹਾਂਜੀ, ਖੋਲੀਏ ਹੁਣ यूहन्ना ਦੀ अंजील, ਉਹਦਾ 14 अध्याय, ਉਹਦੀ 23 है। यीशु ने उसको उत्तर दिया, यदि कोई मुझसे प्रेम रखेगा तो वह मेरे वचन को मानेगा, और मेरा पिता उससे प्रेम रखेगा, और हम उसके पास आएंगे और उसके साथ वास करेंगे। जो मुझसे प्रेम नहीं रखता वह मेरे वचनों को नहीं मानता, और जो वचन को। ਸੋ ਇੱਥੇ ਪ੍ਰਭੂ ਯਿਸੂ ਕਹਿੰਦੇ ਜੋ ਕੋਈ ਮੇਰੇ ਨਾਲ ਪ੍ਰੇਮ ਰੱਖੇਗਾ ਔਰ ਮੇਰੇ ਵਚਨਾਂ ਨੂੰ ਮੰਨੇਗਾ, ਮੈਂ ਔਰ ਮੇਰਾ ਪਿਤਾ ਆ ਕੇ ਉਹਦੇ ਨਾਲ ਵਾਸ ਕਰਾਂਗੇ। ਹਾਲੇਲੂਇਆ। ਇੱਕ ਜਗ੍ਹਾ ਤੇ ਲਿਖਿਆ ਹੈ ਕਿ ਤੂੰ ਨਹੀਂ ਜਾਣਦਾ ਕਿ ਤੇਰਾ ਸਰੀਰ ਪਵਿੱਤਰ ਆਤਮਾ ਦਾ ਮੰਦਿਰ ਹੈ ਔਰ ਪਵਿੱਤਰ ਆਤਮਾ ਤੇਰੇ ਅੰਦਰ ਵਾਸ ਕਰਦਾ ਹੈ। ਹਾਲੇਲੂਇਆ। ਹੁਣ ਸੋਚੋ, ਜਦ ਉਹ ਤਿੰਨੋਂ ਜਣ, ਬਾਪ, ਬੇਟਾ ਔਰ ਪਾਖਰੂ, ਆ ਕੇ ਤੁਹਾਡੇ ਅੰਦਰ ਵਾਸ ਕਰਨ ਲੱਗ ਪੈਣਗੇ, ਜਦ ਪ੍ਰਭੂ ਯਿਸੂ ਮਸੀਹਾ ਆ ਕੇ ਤੁਹਾਡੇ ਅੰਦਰ ਵਾਸ ਕਰਨ ਲੱਗ ਪਵੇਗਾ, ਫਿਰ ਤੁਸੀਂ ਜਦ ਘਰੋਂ ਬਾਹਰ ਜਾਵੋਗੇ ਤਾਂ ਤੁਹਾਨੂੰ ਪਤਾ ਕੀ ਹੋਵੇਗਾ। ਆइए खोलिए प्रकाशित वाक्य 19 ਉਹਦੀ 11 ਤੋਂ 14। फिर मैंने स्वर्ग को खुला हुआ देखा, और देखता हूं कि एक श्वेत घोड़ा है, और उस पर एक सवार है जो विश्वास योग्य और सत्य कहलाता है, और वह धर्म के साथ न्याय और युद्ध करता है। आगे। उसकी आंखें आग की ज्वाला है, और उसके सिर पर बहुत से राज मुकुट है। उस पर एक नाम लिखा हुआ जिसे उसको छोड़ और कोई नहीं जानता। वह लहू छिड़का हुआ वस्त्र पहने है, और उसका नाम परमेश्वर का वचन है। स्वर्ग की सेना श्वेत घोड़ों पर सवार और सफेद और शुद्ध मलमल पहने हुए उसके पीछे पीछे है। जाति जाति को मान। रुक जाइए। हालेलुया। सो प्रभु यीशु मसीहा जद अपने घोड़े दे उत्ते सवार जा रहा है, तो हुण 12 पलटन नहीं, स्वर्ग दी पूरी सेना प्रभु यीशु मसीहा दे पिछे पिछे। हालेलुया। हुण यीशु मसीहा तुहाडे अंदर, याद रानी मक्खी गड्डी दे अंदर, और सारी सेना उहदे पिछे पिछे, गड्डी दे पिछे पिछे। उस तरह प्रभु यीशु मसीहा जे तुहाडे अंदर आ गया, तो सुनिए सारी स्वर्ग दी सेना तुहाडे पिछे। हालेलुया। सब स्वर्गदूतां दी सेना, सब स्वर्गदूतां दे प्रधान तुहाडी सुरक्षा दे विच लग जाणगे। तुहानू पता, जद प्रेसिडेंट किसी दूजे देश दे विच जांदा है,
ਤਾਂ ਤੁਹਾਨੂੰ ਪਤਾ ਉਹਦੀ ਸਿਕਿਉਰਿਟੀ ਕਿੰਨੀ ਖਤਰਨਾਕ ਹੋ ਜਾਂਦੀ ਹੈ। ਜ਼ੈਡ ਸਿਕਿਉਰਿਟੀ ਹੁੰਦੀ ਹੈ, ਜ਼ੈਡ ਤੋਂ ਵੀ ਉੱਪਰ ਜਾਂਦੀ ਹੈ। ਮੈਂ ਤਾਂ ਕਹਿੰਦਾ ਹਾਂ ਇੱਥੇ ਤੱਕ ਕਿ 100 ਕਿਲੋਮੀਟਰ ਤੱਕ ਦਾ ਏਰੀਆ ਬੰਨ ਦਿੰਦੇ ਹਨ ਕਿ ਇਸ ਏਰੀਏ ਦੇ ਉੱਤੇ ਕੋਈ ਹੈਲੀਕਾਪਟਰ ਜਾਂ ਕੋਈ ਜਹਾਜ਼ ਨਹੀਂ ਜਾਵੇਗਾ। ਜਹਾਜ਼ਾਂ ਦੇ ਰੂਟ ਚੇਂਜ ਹੋ ਜਾਂਦੇ ਉਸ ਵੇਲੇ ਜਿਸ ਦਿਨ ਪ੍ਰਧਾਨ ਮੰਤਰੀ, ਜੇ ਅਮਰੀਕਾ ਦਾ ਪ੍ਰੈਜ਼ੀਡੈਂਟ ਜੋ ਹੈ ਉਹ ਇੰਡੀਆ ਜਾਵੇਗਾ, ਜਿਸ ਜਗ੍ਹਾ ਦੇ ਉੱਤੇ ਉਸ ਵਿਅਕਤੀ ਨੇ ਜਾਣਾ ਹੈ ਉਸ ਜਗ੍ਹਾ ਤੋਂ ਜਹਾਜ਼ ਦੇ ਰੂਟ ਚੇਂਜ ਹੋ ਜਾਣਗੇ ਕਿ ਇਹਦੇ ਉੱਤੇ ਕੋਈ ਜਹਾਜ਼ ਵੀ ਨਾ ਉੜ ਸਕੇ। ਜੈਮਰ ਲੱਗ ਜਾਂਦੇ ਹਨ, ਸਭ ਕੁਝ ਜੈਮ ਹੋ ਜਾਂਦਾ ਹੈ, ਸਭ ਜਾਮ ਕਰ ਦਿੰਦੇ ਆ ਜਾਮ। ਹਾਲੇਲੂਇਆ, ਹਾਲੇਲੂਇਆ। ਏਦਾਂ ਦੀ ਸਿਕਿਉਰਿਟੀ ਹੈ। ਤਾਂ ਸੋਚੀਏ ਜਦ ਉਹ ਸਵਰਗ ਦਾ ਰਾਜਕੁਮਾਰ ਆਵੇਗਾ ਤਾਂ ਕਿੱਦਾਂ ਦੀ ਸਿਕਿਉਰਿਟੀ ਤੁਹਾਡੇ ਲਈ ਹੋਵੇਗੀ। ਸੋਚੀਏ ਉਹਦੀ ਜ਼ੈਡ ਸਿਕਿਉਰਿਟੀ ਨੂੰ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਸਮਝ ਲੀਜੀਏ ਉਹਦੇ ਘਰ ਦੇ ਵਿੱਚ ਪੈਦਾ ਹੋਣਾ ਪਵੇਗਾ। ਹਾਲੇਲੂਇਆ, ਉਹਦੇ ਡੀਨ ਡੋਲ ਦੇ ਵਿੱਚ ਬਦਲਣਾ ਪਵੇਗਾ। ਠੀਕ ਆ, ਜਦ ਜੇ ਤੁਸੀਂ ਚਾਹੁੰਦੇ ਹੋ ਦਾਨੀਅਲ, ਠੀਕ ਆ, ਦੀ ਤਰ੍ਹਾਂ ਮਿਕਾਇਲ ਉਤਰੇ। ਹਾਲੇਲੂਇਆ, ਜਾਂ ਤੁਸੀਂ ਆਹ ਚਾਹੁੰਦੇ ਹੋ ਕਿ ਪ੍ਰਭੂ ਯੀਸ਼ੂ ਮਸੀਹ ਨੇ ਪ੍ਰਾਰਥਨਾ ਕੀਤੀ ਤਾਂ 12 ਪਲਟਨਾਂ ਤੋਂ ਵੱਧ ਕੇ ਉਤਰਨ, ਜਾਂ ਤੁਸੀਂ ਆਹ ਚਾਹੁੰਦੇ ਹੋ ਕਿ ਪੂਰੀ ਸਵਰਗੀ ਸੇਨਾ ਤੁਹਾਡੇ ਪਿੱਛੇ ਹੋ ਜਾਵੇ। ਮੈਂ ਤਾਂ ਆਹੀ ਚਾਹੁੰਦਾ ਹਾਂ ਕਿ ਪੂਰੀ ਦੀ ਪੂਰੀ ਸੇਨਾ ਮੇਰੇ ਪਿੱਛੇ ਹੋਵੇ। ਹਾਲੇਲੂਇਆ। ਔਰ ਉਹਦੇ ਲਈ ਪ੍ਰਭੂ ਯੀਸ਼ੂ ਮਸੀਹ ਨੂੰ ਅੰਦਰ ਆਉਣਾ ਪਵੇ, ਕਿਉਂਕਿ ਜਿੱਥੇ ਰਾਜਾ ਜਾਵੇਗਾ ਉੱਥੇ ਸੇਨਾ ਦੀ ਸੁਰੱਖਿਆ ਨਾਲ ਹੋਵੇਗੀ। ਹਾਲੇਲੂਇਆ, ਹਾਲੇਲੂਇਆ। ਪਰ ਸਮਝਣਾ ਹੈ ਕਿ ਕੀ ਤੁਸੀਂ ਉਹਦੇ ਤੋਂ ਜਨਮ ਲਿਆ ਹੈ ਕਿ ਨਹੀਂ। ਆइए खोलिए इब्रानियों ਦਾ ਖਤ, ਉਹਦਾ 6 ਅਧਿਆਇ, ਉਹਦੀ 4 ਤੋਂ ਲੈ ਕੇ 8 तक। क्योंकि जिन्होंने एक बार ज्योति पाई है और जो स्वर्गीय वरदान का स्वाद चख चुके हैं और पवित्र आत्मा के भागी हो गए हैं। हालेलुया। हाँ जी, आगे पढ़िए। और परमेश्वर के उत्तम वचन का और आने वाले युग की सामर्थ का स्वाद चख चुके, यदि वे भटक भी जाएं, उन्हें मन फिरा के लिए फिर नया बनाना अनहोना है, क्योंकि वे परमेश्वर के पुत्र को अपने लिए फिर क्रूस पर चढ़ाते हैं और प्रगट में उस पर कलंक लगाते हैं। हाँ जी, सुनिए। सो इत्थे लिखा है, थोड़ा पिछों पढ़ना सी, इन्होंने थोड़ा अगे पढ़िया है। 4 तो किया सी कि जिहड़ी धरती दे उत्ते बार-बार परमेश्वर दे वचन दी बारिश पैंदी है, जे ओ धरती उस पानी नूं पी के उस योग्य फल नहीं लियाउंदी तां ओ धरती होर किसी काम नहीं, सिर्फ इस काम है कि उस धरती नूं छड्डिया जावे और ओ धरती नूं ओ अग दे विच झोंके जावे। हालेलुया। हाँ जी, 4 ਤੋਂ ਸੀਗਾ, 4 ਤੋਂ 8 ਤੱਕ ਗਿਆ ਸੀ। ਸੋ ਉਸੇ ਤਰੀਕੇ ਦੇ ਨਾਲ ਅਸੀਂ ਸਮਝਣਾ ਹੈ, ਜਦ ਅਸੀਂ ਹੁਣ ਦੇਖੋ, ਮੈਂ ਤੁਹਾਨੂੰ ਦੱਸਿਆ ਸੀ ਜਦ ਬਪਤਿਸਮਾ ਲਿਆ, ਅਸੀਂ ਤੌਬਾ ਕੀਤੀ ਤੇ ਸਾਡਾ ਨਾਮ ਲਿਖਿਆ ਗਿਆ। ਹੁਣ ਅੱਜ ਪਤਾ ਕੀ ਚੱਕਰ ਆ, ਅੱਜ ਗਲਤੀ ਕੀ ਹੈ, ਅੱਜ ਸਾਡੇ ਮਸੀਹੀ ਲੋਕ ਕਹਿੰਦੇ ਹਨ ਨਾਮ ਲਿਖਿਆ ਗਿਆ, ਵੀਜ਼ਾ ਪੱਕਾ, ਹੁਣ ਕੋਈ ਚੱਕਰ ਨਹੀਂ। ਹਾਲੇਲੂਇਆ। ਪਰ ਇਸ ਤਰ੍ਹਾਂ ਨਹੀਂ ਹੈ। ਬਾਈਬਲ ਕਹਿੰਦਾ ਜਿਹੜੀ ਧਰਤੀ ਬਾਰ-ਬਾਰ ਉਸ ਪਾਣੀ ਨੂੰ ਪੀਂਦੀ ਹੈ, ਉਸ ਵਚਨ ਨੂੰ ਲੈ ਰਹੀ ਹੈ, ਪਰ ਉਹਦੇ ਯੋਗੇ ਫਲ ਨਹੀਂ ਲੈ ਕੇ ਆਉਂਦੀ, ਉਹ ਧਰਤੀ ਅੱਗ ਦੇ ਵਿੱਚ ਝੋਂਕੀ ਜਾਂਦੀ ਹੈ। ਹੁਣ ਇੱਥੇ ਪਰਮੇਸ਼ਰ ਆਮ ਧਰਤੀ ਦੀ ਗੱਲ ਨਹੀਂ ਕਰ ਰਹੇ। ਹਾਲੇਲੂਇਆ। ਹਾਂ, ਪ੍ਰਕਾਸ਼ਿਤ ਵਾਕਿਆ ਖੋਲੀਏ, ਉਹਦੀ 3 ਦੀ 5 ਪੜ੍ਹੀਏ। प्रकाशित वाक्य 3 ਦੀ 5 आए। जो जय पाए उसे इसी प्रकार श्वेत वस्त्र पहनाया जाएगा और मैं उसका नाम जीवन की पोथी में से किसी रीति से ना काटूंगा, पर उसका नाम। सो इत्थे लिखा है कि जेड़ा जय पावेगा, ये लिखा है वन हु ओवरकम। हालेलुया। जो जय पावेगा ओदा नाम मैं जीवन दी पुस्तक चों ना कटांगा। मतलब जे ਤੁਹਾਡਾ ਨਾਮ ਇੱਕ ਸਮੇਂ ਲਿਖਿਆ ਗਿਆ ਸੀਗਾ ਤਾਂ ਚਾਂਸਸ ਹੈਗਾ ਕੱਟਿਆ ਵੀ ਜਾ ਸਕਦਾ ਹੈ। ਜਿਸ ਦੇ ਨਾਮ ਕੱਟਿਆ ਗਿਆ, ਹੁਣ ਟਰੰਪ ਮਹਾਰਾਜ ਜੀ ਉਤਰ ਗਏ ਨਾ ਪ੍ਰੈਜ਼ੀਡੈਂਟ ਤੋਂ, ਹੁਣ ਉਹਦੇ ਕੋਲ ਜ਼ੈਡ ਸਿਕਿਉਰਿਟੀ ਨਹੀਂ ਹੈ। ਨਾਓ ਹੀ ਇਜ਼ ਅ ਨਾਰਮਲ ਪਰਸਨ। ਜਿਸ ਵੇਲੇ ਤੁਹਾਡਾ ਨਾਮ स्वर्ग ਦੀ ਪੁਸਤਕ ਤੋਂ ਕੱਟਿਆ ਗਿਆ, ਯੂ ਵਿਲ ਬਿਕਮ ਅ ਨਾਰਮਲ ਪਰਸਨ, ਔਰ ਤੁਸੀਂ ਪਹਿਲੋਂ ਕਿਸੇ ਦੇ ਦੁਸ਼ਮਣ ਬਣ ਚੁੱਕੇ ਹੋ।
ਪਰ ਫੇਰ ਤੁਸੀਂ ਸੋਚੋ ਉਹ ਸੇਨਾ ਤੁਹਾਡਾ ਕੀ ਕਰੇਗੀ। ਇਸ ਕਰਕੇ ਬਹੁਤ ਧਿਆਨ ਨਾਲ ਚੱਲੀ ਆਪਣੇ ਜੀਵਨ 'ਚ, ਕਿਤੇ ਏਦਾਂ ਨਾ ਹੋਵੇ ਮੇਰਾ ਨਾਮ ਕੱਟਿਆ ਜਾਵੇ। ਕਿਸੇ ਦੀ ਪਰਵਾਹ ਨਾ ਕਰੀਏ। ਹਾਲੇਲੂਇਆ। ਸਭ ਤੋਂ ਪਹਿਲਾਂ ਆਪਣੇ ਜੀਵਨ ਦੀ ਪਰਵਾਹ ਕਰੀਏ। ਪੌਲੁਸ ਕਹਿੰਦਾ ਹੈ ਕਿਤੇ ਏਦਾਂ ਨਾ ਹੋਵੇ ਮੈਂ ਲੋਕਾਂ ਨੂੰ ਤਾਂ ਪ੍ਰਚਾਰ ਕਰਾਂ ਪਰ ਆਪਣੇ ਜੀਵਨ ਦਾ ਨਾਸ਼ ਕਰ। ਕਹਿੰਦਾ ਕੀ ਲਾਭ ਹੈ ਮਨੁੱਖ ਨੂੰ ਪੂਰੀ ਦੁਨੀਆ ਕਮਾ ਲਵੇ ਔਰ ਆਪਣੇ ਜੀਵਨ ਦਾ ਨਾਸ਼ ਕਰ ਲਵੇ। ਹਾਲੇਲੂਇਆ। ਸੋ हालेलुया। ਪ੍ਰਭੂ ਯਿਸੂ ਕਹਿੰਦੇ ਕਿ ਉਹ ਜੋ ਓਵਰਕਮ ਕਰੇਗਾ, ਉਹ ਜੋ, ਹਾਂਜੀ ਦੁਬਾਰਾ ਪੜ੍ਹੀਗਾ ਇਸ ਆਇਤ ਨੂੰ 3:5। जो जय पाए हाँ उसे इसी प्रकार सफेद वस्त्र पहनाया जाएगा और मैं उसका नाम जीवन की पुस्तक में से किसी रीति से ना काटूंगा, हाँ जी पर एक मिनट रुक उसका जाइए, नाम ਬਸ ਰੁਕ ਜਾਈ ਇੱਥੇ। ਉਹਦਾ ਨਾਮ ਜੀਵਨ ਦੀ ਪੁਸਤਕ ਚੋਂ ਨਾ ਕੱਟਾਂਗਾ। ਹੁਣ ਜੈ ਪਾਣੀ ਕਿਹਦੇ ਤੇ ਆ? ਆ ਵੀ ਦੇਖ ਲਓ, ਖੋਲੀ ਉਤਪਤੀ ਦੀ ਕਿਤਾਬ ਉਹਦਾ 6:7, 6 ਤੋਂ 7, 4 ਦੀ 6 ਤੋਂ 7। उत्पत्ति की किताब 4 अध्याय ओदी 6 तो 7। तब यहोवा ने कैन से कहा, तू क्यों क्रोधित हुआ और तेरे मुंह पर उदासी क्यों छाई है? यदि तू भला करे तो क्या तेरी भेंट ग्रहण ना की जाएगी, और यदि तू भला ना करे तो पाप द्वार पर छिपा रहता है और उसकी लालसा तेरी और होगी और तुझे उस पर प्रभुता करनी होगी। तब हाँ, कैन ओवरकम केदे ते करना है? प्रभुता केदे ते करनी है? पाप दे उत्ते। हालेलुया। इसे करके प्रभु यीशु कहते हैं कि जो पाप दे उत्ते जय प्राप्त करेगा ओदा नाम मैं जीवन दी पुस्तक चो नहीं कटूंगा। हालेलुया। इस धरती ते रहंदे होए तुसी हर रोज पवित्र आत्मा दी सहायता दे नाल पाप दे उत्ते जय प्राप्त करनी है। हो सकता है तुसी डिगदे हो सकदा है कि तुसी समस्या च पैंदे हो, पर तुसी उत्थे डिगे नहीं रहना। बाइबल च लिखा है कि धर्मी जन जब डिगदा है तो डिगया नहीं रहंदा, वो फिर उठ के खड़ा हुंदा। हालेलुया। हालेलुया। एक धर्मी जे 7 ਵਾਰ ਡਿੱਗਦਾ ਹੈ ਤਾਂ ਮੇਰਾ ਪਰਮੇਸ਼ਰ 7 ਵਾਰ ਉਹਨੂੰ ਖੜਾ ਕਰੇਗਾ। ਇਹ ਬਾਈਬਲ ਕਹਿੰਦਾ ਹੈ। ਇਸ हालेलुया। ਧਰਤੀ ਤੇ ਜੇ ਅਸੀਂ ਜੀ ਰਹੇ ਹਾਂ ਤਾਂ ਇਹਦਾ ਮਤਲਬ ਆ ਨਹੀਂ ਕਿ ਅਸੀਂ ਬਿਲਕੁਲ ਪਾਪ ਰਹਿਤ ਹੋ ਸਕਦੇ ਹਾਂ। ਹਾਂ, ਹੋ ਸਕਦਾ ਹੈ ਸਾਡੇ ਕੋਲ ਗਲਤੀ ਹੋਵੇਗੀ, ਸਾਡੇ ਕੋਲ ਬਹੁਤ ਵਾਰ ਗੁਨਾਹ ਹੋ ਜਾਵੇਗਾ, ਅਸੀਂ ਡਿੱਗਾਂਗੇ, ਪਰ ਅਸੀਂ ਡਿੱਗੇ ਨਹੀਂ ਰਵਾਂਗੇ, ਅਸੀਂ ਫੇਰ ਖੜੇ ਹੋਵਾਂਗੇ। ਹਾਲੇਲੂਇਆ। ਜਦ ਤੁਸੀਂ ਇਸ ਧਰਤੀ ਤੇ ਚੱਲ ਰਹੇ ਹੋ ਤਾਂ ਤੁਸੀਂ ਡਿੱਗੇ ਨਹੀਂ ਰਹਿਣਾ। ਹਾਲੇਲੂਇਆ। ਤੁਸੀਂ ਫੇਰ ਕੀ ਹੋਣਾ ਹੈ? ਖੜੇ ਹੋਣਾ ਹੈ, ਫਿਰ ਲੜਨਾ ਹੈ, ਫਿਰ ਖੜੇ ਹੋਣਾ ਹੈ। ओवरकम करन दी की करनी है? कोशिश करनी है। वन हु ओवरकम, ओह जो जय प्राप्त करता है, ओदा नाम कटिया नहीं जाता। इसे करके बाइबल कहता है, कहना क्रोध ता कर पर पाप ना कर। पाप ना कर, क्रोध ता कर। मतलब तू डिगेगा, क्रोध करेगा, पर सुन उत्थे डिग्या ना रही, ओदे विच होर ज्यादा तसदा ना जाई। तू पाप नहीं करना, तू फिर उठ के खड़ा। हालेलुया। तू फिर प्रभु यीशु मसीह दे स्वरूप दे विच वध। सो जिहड़ा जय प्राप्त करेगा ओदा नाम कटिया ना जावेगा। इस करके याद रखो, तुसी बपतिस्मा लैके नाम दर्ज करवा लिया, हुण इस चीज का भी ख्याल रखो किते कटिया ना जावे। बहुत जरूरी है। जे तुहानू ओ Z सिक्योरिटी चाहिदी है, जे तुहानू परमेश्वर दी सुरक्षा चाहिदी है, तां तुसी सब तो पहली चीज ओदे राज्य दे विच जन्म लेना है। दूसरी चीज तुहाडा नाम ओदी पुस्तक दे विच स्थिर रहना चाहिदा है। तुहाडा नाम ओदी पुस्तक दे विच लिखिया रहना चाहिदा है, कटिया ना जावे। हालेलुया। हालेलुया। तुसी जन्म लिया है कि नहीं लिया, आ किद्दां जानोगे? आइए खोलिए पहला यूहन्ना ओदा 3 अध्याय ओदी 4 तो लेके 10 तक। 3 दी 4 तो लेके 10 तक। जो कोई पाप करता है वह व्यवस्था का विरोध करता है, और पाप तो व्यवस्था का विरोध करता है, विरोध है। तुम जानते हो कि वह इसलिए प्रकट हुआ कि पापों को हर ले जाए, और उसके स्वभाव में पाप नहीं। जो कोई उसमें बना रहता है वह पाप नहीं करता,
जो कोई पाप करता है उसने ना तो इसे देखा है और ना उसको जाना है। हे बालकों, किसी के भरमाने में ना आना। जो धर्म के काम करता है वही उसके समान धर्मी है। जो कोई पाप करता है वह शैतान की ओर से है, क्योंकि शैतान आरंभ से ही पाप करता आया है। परमेश्वर का पुत्र इसलिए प्रकट हुआ कि शैतान के कामों का नाश करे। जो कोई परमेश्वर से जन्मा है वह पाप नहीं करता, क्योंकि उसका बीज उसमें बना रहता है और वह पाप का ही नहीं कर ही नहीं सकता, क्योंकि परमेश्वर से जन्मा है। इसी से परमेश्वर की संतान और शैतान की संतान जाने जाते हैं कि जो कोई धर्म के काम नहीं करता वह परमेश्वर से नहीं, और ना वह जो अपने भाई से प्रेम नहीं रखता। आमीन। हाँ जी रखते हालेलुया। सो ਇੱਥੇ ਲਿਖਿਆ ਹੈ ਕਿ ਜਿਹੜਾ ਪਰਮੇਸ਼ਰ ਤੋਂ ਜਨਮਿਆ ਹੈ ਉਹ ਪਾਪ ਕਰ ਹੀ ਨਹੀਂ ਸਕਦਾ। ਮਤਲਬ ਕੀ ਹੈ, ਮੈਂ ਫੇਰ ਤੁਹਾਨੂੰ ਦੱਸਿਆ ਆ ਨਹੀਂ ਕਿ ਉਹਦੇ ਕੋਈ ਗਲਤੀ ਨਹੀਂ ਹੁੰਦੀ, ਪਰ ਉਹ ਉਸ ਚੀਜ਼ ਵਿੱਚ ਡਿੱਗਿਆ ਨਹੀਂ ਰਹਿ ਸਕਦਾ। ਹਾਲੇਲੂਇਆ। ਉਹ ਉਸ ਗੰਦਗੀ ਚੋਂ ਹਮੇਸ਼ਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰੇਗਾ। ਉਹ ਉਸ ਗੰਦਗੀ ਦੇ ਵਿੱਚੋਂ ਹਮੇਸ਼ਾ ਉੱਠਣ ਦੀ ਕੋਸ਼ਿਸ਼ ਕਰੇਗਾ। ਉਹ ਆ ਨਹੀਂ ਕਹੇਗਾ ਕਿ ਮੈਂ ਯਾਰ ਇੱਥੇ ਹੀ ਠੀਕ ਹਾਂ, ਨਹੀਂ, ਉਹ ਹਮੇਸ਼ਾ ਉਸ ਚੀਜ਼ ਚੋਂ ਨਿਕਲਣ ਦੀ, ਜਦ ਉਹਦੇ ਵਿੱਚ ਕੋਈ ਕਮੀ ਘਟੀ ਹੋਵੇਗੀ, ਜਦ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਵਿੱਚ ਆ ਸਮੱਸਿਆ ਹੈ, ਤਾਂ ਉਹ ਉਸ ਸਮੱਸਿਆ ਚੋਂ ਨਿਕਲਣ ਦੀ ਕੋਸ਼ਿਸ਼ ਕਰੇਗਾ। ਕਿਉਂ? ਕਿਉਂਕਿ ਹੁਣ ਉਹਦੇ ਵਿੱਚ ਪਰਮੇਸ਼ਰ ਦਾ ਬੀਜ ਆ ਗਿਆ ਹੈ। ਹਾਲੇਲੂਇਆ। ਮੈਂ ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀ, ਜੇ ਤੁਸੀਂ ਇੱਕ ਸੂਰ ਦੇ ਵਿੱਚ ਬਿੱਲੀ ਦੇ ਆਤਮਾ ਨੂੰ ਪਾ ਦੇਵੋ ਤਾਂ ਬਿੱਲੀ ਦੀ ਆਦਤ ਹੈ ਕਿ ਉਹਦੇ ਥੋੜੀ ਜਿਹੀ ਵੀ ਮਿੱਟੀ ਲੱਗਦੀ ਨਾ, ਆਪਣੇ ਆਪ ਨੂੰ ਚੱਟ ਕੇ ਸਾਫ਼ ਕਰ ਦਿੰਦੀ ਹੈ। ਸੂਰ ਦੀ ਆਦਤ ਹੈ ਗੰਦਗੀ 'ਚ ਰਹਿਣਾ, ਪਰ ਜੇ ਤੁਸੀਂ ਉਹਨਾਂ ਦੀ ਸੂਰ ਦੀ ਆਤਮਾ ਕੱਢ ਦਿੱਤੀ, ਉਹਦੇ ਸੁਭਾਅ ਨੂੰ ਕੱਢ ਕੇ ਉਹਦੇ ਵਿੱਚ ਬਿੱਲੀ ਦਾ ਸੁਭਾਅ ਪਾ ਦਿੱਤਾ, ਤਾਂ ਹੁਣ ਸੂਰ ਕੀ ਆ, ਸਾਫ਼ ਰਹਿਣਾ ਸ਼ੁਰੂ ਹੋਵੇਗਾ। ਉਹਦੇ ਮਿੱਟੀ ਲੱਗੇਗੀ, ਉਹਦੇ ਅੰਦਰ ਹੋਊਗਾ ਇਹ ਮਿੱਟੀ ਲੱਗੀ ਹੈ, ਮੈਂ ਸਾਫ਼ ਕਰਨਾ। ਫੋਰ ਐਗਜ਼ਾਮਪਲ, ਇਨਸਾਨ ਜਦ ਗੰਦਾ ਹੋ ਜਾਂਦਾ ਹੈ, ਉਹਦੇ ਅੰਦਰ ਕੀ ਹੁੰਦਾ ਫੀਲ ਕਿ ਯਾਰ ਮੈਂ ਨਹਾਉਣਾ, ਹੁਣ ਗੰਦਾ ਹੋ ਗਿਆ। ਹਾਲੇਲੂਇਆ। ਕਿਉਂ? ਕਿਉਂਕਿ ਉਹਦੇ ਅੰਦਰ ਕੌਨਸ਼ੀਅਸ ਹੈ। ਇੱਕ ਵਿਅਕਤੀ ਜਿਹਦੇ ਅੰਦਰ ਕੌਨਸ਼ੀਅਸ ਨਹੀਂ ਹੈ, ਜਿਹਦੇ ਅੰਦਰ ਆਤਮਿਕ ਆਵਾਜ਼ ਨਹੀਂ ਹੈ, ਉਹ ਉਸ ਚੀਜ਼ ਨੂੰ ਨਹੀਂ ਪਰਖਦਾ। ਜਿਹੜਾ ਮੰਦਬੁੱਧੀ ਬੱਚਾ ਹੁੰਦਾ ਹੈ, ਉਹਨੂੰ ਸਮਝ ਨਹੀਂ ਆਉਂਦਾ ਕਿ ਇਸ ਚੀਜ਼ ਨੂੰ ਕਿੱਦਾਂ ਕਰਨਾ ਹੈ, ਕਿ ਮੇਰੇ ਮਿੱਟੀ ਲੱਗ ਗਈ ਆ, ਮੇਰੇ ਆ ਹੋ ਗਿਆ, ਮੈਂ ਗੰਦਾ ਹੋ ਗਿਆ, ਮੇਰੇ ਖਾਣਾ ਇੱਥੇ ਲੱਗਾ ਹੋਇਆ ਹੈ, ਕਿੱਦਾਂ ਸਾਫ਼ ਕਰਨਾ ਹੈ, ਕਿਉਂਕਿ ਉਹਨੂੰ ਸਮਝ ਨਹੀਂ ਹੈ। ਪਰ ਇੱਕ ਸਮਝਦਾਰ ਵਿਅਕਤੀ ਜੋ ਗਰੋਨ ਅਪ ਹੈ, ਜਿਹੜਾ ਵੱਧ ਗਿਆ ਹੋਇਆ ਹੈ, ਜੋ ਉਹ ਗਰੋ ਅਪ ਹੋ ਚੁੱਕਿਆ ਹੈ, ਹਾਲੇਲੂਇਆ, ਜਿਹਦੇ ਅੰਦਰ ਕੌਨਸ਼ੀਅਸ ਆ ਗਈ ਹੋਈ ਹੈ, ਉਹਦੇ ਜੇ ਤੇ ਦਾਲ ਲੱਗੀ ਹੋਊਗੀ, ਉਹਨੂੰ ਪਤਾ ਲੱਗੂਗਾ ਤਾਂ ਉਹਨੂੰ ਕੀ ਕਰੂਗਾ, ਉਹਨੂੰ ਸਾਫ਼ ਕਰੂਗਾ। ਜੇ ਮਿੱਟੀ ਲੱਗੀ ਹੈ ਤਾਂ ਨਹਾਊਗਾ। ਹਾਲੇਲੂਇਆ। ਉਸੇ ਤਰੀਕੇ ਦੇ ਨਾਲ ਇੱਕ ਵਿਅਕਤੀ ਜਿਹਦੇ ਅੰਦਰ ਪਰਮੇਸ਼ਰ ਦਾ ਬੀਜ ਚਲਾ ਗਿਆ ਹੈ, ਜਿਹਦੇ ਅੰਦਰ ਪਵਿੱਤਰ ਆਤਮਾ ਚਲਾ ਗਿਆ ਹੈ, ਉਹ ਪਾਪ ਦੇ ਵਿੱਚ ਨਹੀਂ ਰਹੂਗਾ, ਉਹ ਗੰਦਗੀ 'ਚ ਨਹੀਂ ਰਹੂਗਾ। ਜਦ ਉਹਨੂੰ ਪਤਾ ਲੱਗੇਗਾ ਕਿ ਇਹ ਪਾਪ ਮੇਰੇ ਜੀਵਨ ਵਿੱਚ ਆ ਗਿਆ ਹੈ, ਉਹ ਉਸੇ ਵੇਲੇ ਉਹਨੂੰ ਕੱਢੂ। ਹਾਲੇਲੂਇਆ। ਇੱਥੋਂ ਪਤਾ ਲੱਗੇਗਾ, ਬਾਈਬਲ ਕਹਿ ਰਿਹਾ ਇਹਦੇ ਤੋਂ ਪਤਾ ਲੱਗੇਗਾ ਕਿ ਤੁਸੀਂ ਪਰਮੇਸ਼ਰ ਦੇ ਬੱਚੇ ਹੋ ਕਿ ਨਹੀਂ। ਜੇ ਤੁਸੀਂ ਬੱਚੇ ਹੋ ਤਾਂ ਫਿਰ ਤੁਹਾਡਾ ਨਾਮ ਕਿੱਥੇ ਹੈ? ਜੀਵਨ ਦੀ ਪੁਸਤਕ ਦੇ ਵਿੱਚ। ਫਿਰ ਤੁਹਾਡੇ ਕੋਲ ਕੀ ਹੈ? ਜ਼ੈਡ ਸਿਕਿਉਰਿਟੀ ਹੈ। ਜੇ ਬੱਚੇ ਨਹੀਂ ਹੋ ਤਾਂ ਫਿਰ ਹੁਣ ਆਪਣੇ ਆਪ ਨੂੰ ਪਰਖ ਕੇ ਦੇਖ ਲਓ ਕਿ ਅਸੀਂ ਹਜੇ ਤੱਕ ਉਹਦੇ ਬੱਚੇ ਹਾਂ ਕਿ ਨਹੀਂ, ਕਿਉਂਕਿ ਤੁਸੀਂ ਉਹਦੇ ਬੱਚੇ ਸਿਰਫ ਲੋਕਾਂ ਦੇ ਕਹੇ ਤੇ ਨਹੀਂ ਬਣਦੇ ਹੋ। ਹਾਲੇਲੂਇਆ। ਕਿ ਕਿਸੇ ਪਾਸਟਰ ਨੇ ਕਹਿ ਦਿੱਤਾ ਕਿ ਅੱਜ ਤੋਂ ਤੂੰ ਉਹਦੀ ਸੰਤਾਨ ਹੋ ਗਿਆ, ਤੇਰਾ ਸਵਰਗ ਦਾ ਵੀਜ਼ਾ ਪੱਕਾ ਹੋ ਗਿਆ, ਤੂੰ ਬਪਤਿਸਮਾ ਲਿਆ, ਵਿਸ਼ਵਾਸ ਕੀਤਾ, ਹੁਣ ਤੂੰ ਪੱਕਾ ਹੀ ਸਵਰਗ ਵਿੱਚ ਹੈ। ਨਹੀਂ ਜੀ, ਆ ਕਹਿਣ ਦੇ ਨਾਲ ਨਹੀਂ ਹੋਣਾ। ਬਾਈਬਲ ਕਹਿੰਦਾ ਹੈ ਕਿ ਮੇਰੇ ਇੱਥੇ ਵਚਨ ਨੂੰ ਸੁਣਨ ਵਾਲਾ ਧਰਮੀ ਨਹੀਂ, ਬਲਕਿ ਵਚਨ ਤੇ ਚੱਲਣ ਵਾਲਾ ਧਰਮੀ ਹੈ। ਹਾਲੇਲੂਇਆ। ਸੋ ਪਰਮੇਸ਼ਰ ਦੇ ਬੱਚੇ ਹੋ ਜਾਂ ਨਹੀਂ ਹੋ, ਉਸ ਬੱਚੇ ਦੇ ਸੁਭਾਅ ਤੋਂ ਪਤਾ ਲੱਗੇਗਾ। ਹਾਲੇਲੂਇਆ। ਉਹਦੇ ਰਾਜ ਦੇ ਵਿੱਚ ਜਨਮ ਲਿਆ ਹੈ ਕਿ ਨਹੀਂ ਲਿਆ ਹੈ, ਤੁਹਾਡੇ ਸੁਭਾਅ ਤੋਂ ਪਤਾ ਲੱਗੇਗਾ ਕਿ ਤੁਹਾਡਾ ਸੁਭਾਅ ਕਿੱਦਾਂ ਦਾ ਹੈ। ਹਾਲੇਲੂਇਆ। ਹਾਲੇਲੂਇਆ। ਸੋ 4 ਚੀਜ਼ਾਂ ਤੁਸੀਂ ਕਰਨੀਆਂ ਹਨ, ਅਸੀਂ ਪੜਿਆ ਹੈ। ਪਹਿਲੀ ਚੀਜ਼ ਕੀ ਕਰਨੀ ਹੈ? ਪਰਮੇਸ਼ਰ ਦੇ ਵਚਨ ਨੂੰ ਪੜਨਾ ਹੈ, ਉਹਦੇ ਤੇ ਮੈਡੀਟੇਟ ਕਰਦੇ ਰਹਿਣਾ ਹੈ। ਜਦ ਤੁਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਜਨਮ ਲੈਣਾ ਹੈ, ਇਸ ਚੀਜ਼ ਦੇ ਲਈ ਜ਼ਰੂਰੀ ਹੈ ਤੁਸੀਂ ਉਹਦੇ ਵਚਨਾਂ ਨੂੰ ਪੜੋ, ਉਹਦੇ ਤੇ ਮੈਡੀਟੇਟ ਕਰਦੇ ਰਹੋ, ਤਾਂ ਕਿ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਜਾਣ ਸਕੋ। ਹਾਲੇਲੂਇਆ। ਕਿਉਂਕਿ ਉਹਦਾ ਵਚਨ ਜੋ ਹੈ ਉਹ ਸਾਨੂੰ ਪਾਪ ਤੋਂ ਬਚਾਏ ਰੱਖਦਾ ਹੈ, ਸਾਨੂੰ ਸਾਡੇ ਨਾਲ ਉਹ ਗੱਲ ਕਰਦਾ ਹੈ, ਵਚਨ ਦੁਆਰਾ ਆਪਣੀ ਇੱਛਾ ਨੂੰ ਦੱਸਦਾ ਹੈ।
ਦੂਸਰੀ ਚੀਜ਼ ਤੁਸੀਂ ਕੀ ਕਰਨੀ ਹੈ ਕਿ ਹਰ ਉਹ ਆਗਿਆ ਜਿਹੜਾ ਪਰਮੇਸ਼ਰ ਨੇ ਕਿਹਾ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹੋ, ਤੁਸੀਂ ਇਸ ਚੀਜ਼ ਨੂੰ ਕੱਢ ਦੇਵੋ, ਉਹਨਾਂ ਆਗਿਆਵਾਂ ਨੂੰ ਮੰਨਣਾ ਹੈ। ਹਰ ਉਹ ਚੀਜ਼ ਜੋ ਮੇਰੇ ਪਰਮੇਸ਼ਰ ਨੂੰ ਨਹੀਂ ਚੰਗੀ ਲੱਗਦੀ ਉਹਨੂੰ ਮੈਂ ਕੱਢ ਦੇਵਾਂਗਾ ਆਪਣੇ ਜੀਵਨ ਚੋਂ, ਚਾਹੇ ਉਹਦੇ ਵਿੱਚ ਮੇਰਾ ਫਾਇਦਾ ਹੋਵੇ ਜਾਂ ਨੁਕਸਾਨ ਹੋਵੇ। ਪਰ ਜੇ ਮੇਰੇ ਪਰਮੇਸ਼ਰ ਨੂੰ ਨਹੀਂ ਪਸੰਦ, ਬਾਹਰ। ਹਾਲੇਲੂਇਆ। ਹਾਲੇਲੂਇਆ। ਜਿਹੜੀ ਚੀਜ਼ ਮੈਨੂੰ ਪਰਮੇਸ਼ਰ, ਤੁਹਾਨੂੰ ਪਤਾ ਦੰਗਲ ਮੂਵੀ ਆਈ ਸੀ, ਦੰਗਲ ਮੂਵੀ ਦੇ ਵਿੱਚ ਅਮੀਰ ਖਾਨ ਨੇ ਕੀ ਕੀਤਾ, ਉਹ ਕੁੜੀਆਂ ਕਹਿੰਦੀਆਂ ਕਿ ਕਹਿੰਦੀ ਆ ਪਾਪਾ, ਕਹਿੰਦੀ ਬੜੀ ਸਮੱਸਿਆ ਆ। ਉਹ ਕਹਿੰਦਾ ਕੀ ਸਮੱਸਿਆ? ਕਹਿੰਦੀ ਜਦ ਅਸੀਂ ਕੁਸ਼ਤੀ ਕਰਦੇ ਨਾ ਮਿੱਟੀ ਦੇ ਵਿੱਚ, ਤਾਂ ਬਾਲਾਂ ਦੇ ਵਿੱਚ ਕਹਿੰਦੀ ਮਿੱਟੀ ਫਸ ਜਾਂਦੀ ਤਾਂ ਨਾ ਸਾਡੇ ਜੂਆਂ ਪੈ ਗਈਆਂ। ਉਹ ਕਹਿੰਦਾ ਆਹ ਤਾਂ ਸਮੱਸਿਆ। ਅਗਲੇ ਦਿਨ ਜੀ ਅਗਲੇ ਦਿਨ ਨਾਈ ਬੁਲਾ ਲਈ ਔਰ ਬਾਲ ਕਟਾ ਦਿੱਤੇ ਕੁੜੀਆਂ ਦੇ, ਨਿੱਕੇ ਨਿੱਕੇ ਕਰਦੇ। ਤਾਂ ਉਹ ਕਹਿੰਦੇ ਆਹ ਕੀ ਕੀਤਾ? ਕਹਿੰਦਾ ਜਿਹੜੀ ਚੀਜ਼ ਮੇਰੀ ਬੇਟੀਆਂ ਦੇ ਵਿੱਚ ਔਰ ਕੁਸ਼ਤੀ ਦੇ ਵਿੱਚ ਆਵੇਗੀ ਉਹਨਾਂ ਨੂੰ ਮੈਂ ਇਹਨਾਂ ਤੋਂ ਦੂਰ ਕਰ ਦਵਾਂ। ਹਾਲੇਲੂਇਆ। ਹਾਲੇਲੂਇਆ। ਸੋ ਜਿਹੜੀ ਚੀਜ਼ ਮੇਰੇ ਵਿੱਚ ਔਰ ਮੇਰੇ ਪ੍ਰਭੂ ਯਿਸੂ ਮਸੀਹਾ ਦੇ ਵਿੱਚ ਆਵੇਗੀ ਉਹਨੂੰ ਦੂਰ ਕਰ ਦੀਜੀ। ਹਾਲੇਲੂਇਆ। ਹਾਲੇਲੂਇਆ। ਕਿਉਂ? ਕਿਉਂਕਿ ਜੇ ਤੁਸੀਂ ਉਹਨਾਂ ਚੀਜ਼ਾਂ ਨੂੰ ਦੂਰ ਨਹੀਂ ਕਰੋਗੇ, ਤੁਸੀਂ ਜੇ ਪਾਪ ਕਰਦੇ ਰਹੋਗੇ, ਤੁਸੀਂ ਜੇ ਉਹਦੀ ਸੰਤਾਨ, ਉਹਦੇ ਸਵਰੂਪ ਚ ਨਹੀਂ ਚੱਲੋਗੇ, ਤੁਸੀਂ ਉਹਦੇ ਨਾਮ ਦੀ ਬਦਨਾਮੀ ਕਰ ਰਹੇ ਹੋ, ਤੁਸੀਂ ਉਹਦੇ ਰਾਜ੍य ਦੀ ਬਦਨਾਮੀ ਕਰਦੇ ਹੋ। ਅਸੀਂ ਪਿੱਛੇ ਪੜਿਆ ਕਿ ਜਿਹੜਾ ਵਿਅਕਤੀ ਰੋਮੀਆਂ ਇਬਰਾਨੀਆਂ ਦੇ ਖਾਤੇ ਦੇ ਵਿੱਚ ਪੜਿਆ ਸੀ, ਠੀਕ ਹੈ, ਜਿਹੜਾ ਵਿਅਕਤੀ ਉਹਨੂੰ ਜਾਣ ਕੇ ਉਹਦੇ ਪਵਿੱਤਰ ਆਤਮਾ ਨੂੰ ਪਾ ਕੇ ਉਹਦੇ ਤੋਂ ਬਾਅਦ ਉਹਦੇ ਵਰਦਾਨਾਂ ਨੂੰ ਚੱਖ ਕੇ ਵੀ ਪਾਪ ਕਰਦਾ ਹੈ, ਉਹਨੂੰ ਫਿਰ ਮਾਫੀ ਨਹੀਂ ਹੈ, ਕਿਉਂਕਿ ਉਹ ਪਰਮੇਸ਼ਰ ਦੇ ਪੁੱਤਰ ਨੂੰ ਦੇ ਉੱਤੇ ਕਲੰਕ ਲਾਉਂਦਾ ਹੈ, ਉਹਦੇ ਨਾਮ ਨੂੰ ਕਲੰਕਿਤ ਕਰਦਾ ਹੈ, ਉਹਦੇ ਪ੍ਰਭੂ ਯਿਸੂ ਮਸੀਹ ਨੂੰ ਦੁਬਾਰਾ ਸਲੀਬ ਤੇ ਚਾੜ ਰਿਹਾ ਹੈ। ਹਾਲੇਲੂਇਆ। ਸੋ ਦੂਸਰੀ ਚੀਜ਼, ਹਰ ਉਹ ਚੀਜ਼ ਤੋਂ ਅਸੀਂ ਦੂਰ ਰਹਿਣਾ ਹੈ ਜੋ ਮੇਰੇ ਪਰਮੇਸ਼ਰ ਨੂੰ ਪਸੰਦ ਨਹੀਂ। ਹਾਲੇਲੂਇਆ। ਤੀਸਰੀ ਚੀਜ਼, ਪਵਿੱਤਰ ਆਤਮਾ ਦਾ ਮੰਦਿਰ ਬਣ ਜਾਣਾ ਹੈ, ਜੋ ਅਸੀਂ ਦੇਖਿਆ ਕਿ ਜਦ ਉਹ ਆ ਕੇ ਵਾਸ ਕਰੇਗਾ, ਫਿਰ ਸਵਰਗ ਦੀ ਸੈਨਾ ਤੁਹਾਡੀ ਸੁਰੱਖਿਆ ਦੇ ਲਈ ਹਰ ਵਕਤ ਤੁਹਾਡੇ ਪਿੱਛੇ ਪਿੱਛੇ। ਜਦ ਤੁਹਾਡੇ ਬੱਚਿਆਂ ਦੇ ਅੰਦਰ, ਦੇਖੋ, ਫਿਰ ਤੁਹਾਨੂੰ ਪਰਵਾਹ ਕਰਨ ਦੀ ਲੋੜ ਨਹੀਂ ਹੋਈ, ਤੁਹਾਡੇ ਬੱਚਿਆਂ ਦੇ ਅੰਦਰ ਪਵਿੱਤਰ ਆਤਮਾ ਹੋਵੇਗਾ। ਤੁਹਾਨੂੰ ਪਤਾ ਤੁਹਾਡੇ ਬੱਚੇ ਫਿਰ ਜਦ ਸਕੂਲ ਜਾਣਗੇ ਤਾਂ ਉਹਨਾਂ ਦੀ ਸੁਰੱਖਿਆ ਦੇ ਲਈ ਫਿਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਉਹਨਾਂ ਦੀ ਸੁਰੱਖਿਆ ਦੇ ਲਈ ਪੂਰੀ ਸਵਰਗੀ ਸੈਨਾ ਲੱਗੀ ਹੋਏਗੀ ਉਹਨਾਂ ਦੇ ਪਿੱਛੇ। ਹਾਲੇਲੂਇਆ। ਸੋਚ ਕੇ ਦੇਖੋ, ਤੁਹਾਡਾ ਬੱਚਾ ਸਕੂਲ ਜਾਣ ਦੇ ਲਈ ਘਰੋਂ ਦਰਵਾਜ਼ੇ ਤੋਂ ਬਾਹਰ ਨਿਕਲਿਆ ਤਾਂ ਪੂਰੀ ਸੈਨਾ, ਸਿਕਿਉਰਿਟੀ ਗਾਰਡ ਹੀ ਸਿਕਿਉਰਿਟੀ ਗਾਰਡ ਉਹਦੇ ਆਲੇ ਦੁਆਲੇ। ਹਾਲੇਲੂਇਆ। ਥੈਂਕ ਯੂ ਲਾਰਡ। ਉਹ ਕਲਾਸ ਦੇ ਵਿੱਚ ਬੈਠਾ ਹੋਇਆ ਤਾਂ ਕਲਾਸ ਦੇ ਵਿੱਚ ਸਿਕਿਉਰਿਟੀ ਗਾਰਡ ਹੀ ਸਿਕਿਉਰਿਟੀ ਗਾਰਡ ਉਹਦੇ ਆਲੇ ਦੁਆਲੇ, ਪੂਰੀ ਜ਼ੈਡ ਸਿਕਿਉਰਿਟੀ, ਸਕੂਲ ਪੂਰਾ ਘਿਰਿਆ ਹੋਇਆ। ਅਸਮਾਨ ਦੇ ਉੱਤੋਂ ਕੋਈ ਦੁਸ਼ਟ ਆਤਮਾ ਨਹੀਂ ਨਿਕਲ ਸਕਦਾ, ਉਹ ਸਕੂਲ ਦੀ ਛੱਤ ਦੇ ਉੱਤੋਂ ਕੋਈ ਦੁਸ਼ਟ ਆਤਮਾ ਨਹੀਂ ਨਿਕਲ ਸਕਦਾ, ਤੁਹਾਡੇ ਬੱਚਿਆਂ ਦੇ ਕਰੀਬ ਕੋਈ ਦੁਸ਼ਟ ਆਤਮਾ ਨਹੀਂ ਲੱਗਣ ਦੇਵੇਗਾ। ਹਾਲੇਲੂਇਆ। ਸੋਚ ਕੇ ਦੇਖੀਏ, ਚਾਹੀਦੀ ਹੈ ਕਿ ਨਹੀਂ ਚਾਹੀਦੀ ਏਦਾਂ ਦੀ ਸੁਰੱਖਿਆ? ਜੇ ਚਾਹੀਦੀ ਹੈ ਹੱਥ ਖੜਾ ਕਰਕੇ ਦਿਖਾਓ। ਹਾਲੇਲੂਇਆ। ਯੈਸ। ਸੋ ਜੇ ਸੁਰੱਖਿਆ ਚਾਹੀਦੀ ਹੈ ਤਾਂ ਤੁਹਾਨੂੰ ਉਹਦੇ ਘਰ ਦੇ ਵਿੱਚ ਜਨਮ ਲੈਣਾ ਪਵੇਗਾ। ਉਹਦੇ ਤੋਂ ਬਾਅਦ ਪ੍ਰਭੂ ਯਿਸੂ ਮਸੀਹਾ ਨੂੰ, ਪਵਿੱਤਰ ਆਤਮਾ ਨੂੰ, ਯਹੋਵਾ ਪਿਤਾ ਪਰਮੇਸ਼ਰ ਨੂੰ ਆਪਣੇ ਘਰ, ਆਪਣੇ ਅੰਦਰ ਨਿਯੋਤਾ ਦੇ ਕੇ ਉਹਨੂੰ ਆਪਣੇ ਅੰਦਰ ਰੱਖਣਾ ਪਵੇਗਾ। ਹਾਲੇਲੂਇਆ। ਤੀਸਰੀ ਚੀਜ਼, ਜਿੰਨੀ ਹੋ ਸਕੇ ਪ੍ਰਾਰਥਨਾ ਕਰੀ। ਹਾਲੇਲੂਇਆ। ਕਿਉਂਕਿ ਪ੍ਰਾਰਥਨਾ ਜੋ ਹੈ ਉਹ ਸਾਡੇ ਰਿਸ਼ਤੇ ਨੂੰ ਪਰਮੇਸ਼ਰ ਦੇ ਨਾਲ ਬਣਾ ਕੇ ਰੱਖਦਾ ਹੈ। ਤੁਸੀਂ ਹੁਣੇ ਦੇਖਿਆ ਕਿ ਦਾਨੀਅਲ ਨੇ ਜਦ ਪ੍ਰਾਰਥਨਾ ਕੀਤੀ ਤਾਂ ਕੌਣ ਉਤਰਿਆ? ਮਿਕਾਇਲ। ਪਹਿਲੋਂ ਜਿਬਰਾਇਲ, ਫਿਰ ਮਿਕਾਇਲ, ਪ੍ਰਧਾਨ ਦੂਤ ਆਉਂਦੇ ਪਿਆ ਉਹਦੇ ਲਈ। ਪਰ ਤੁਹਾਨੂੰ ਪਤਾ ਦਾਨੀਅਲ ਕਿੰਨੀ ਵਾਰੀ ਪ੍ਰਾਰਥਨਾ ਕਰਦਾ ਦਿਨ ਵਿੱਚ? 3 ਵਾਰ। ਤੁਸੀਂ ਕਿੰਨੀ ਵਾਰੀ ਕਰਦੇ ਹੋ ਜੀ? ਚਾਹੀਦੀ ਜ਼ੈਡ ਸਿਕਿਉਰਿਟੀ, ਪ੍ਰਾਰਥਨਾ ਕਿੰਨੀ ਵਾਰੀ? ਦਾਊਦ 7 ਵਾਰ ਆਰਾਧਨਾ ਕਰਦਾ ਸੀ, ਦਾਨੀਅਲ 3 ਵਾਰ ਪ੍ਰਾਰਥਨਾ ਕਰਦਾ ਸੀ, ਪ੍ਰਭੂ ਯਿਸੂ ਮਸੀਹਾ ਪੂਰੀ ਰਾਤ ਪ੍ਰਾਰਥਨਾ ਕਰਦੇ ਸੀ। ਤੁਸੀਂ ਦੱਸੋ। ਹਾਲੇਲੂਇਆ। ਹਾਲੇਲੂਇਆ। ਜਦ ਸਿਕਿਉਰਿਟੀ ਚਾਹੀਦੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਕਰਨਾ ਸ਼ੁਰੂ ਕਰ ਦੀजिए ਮੇਰੇ ਪਿਆਰੇ ਪਰਮੇਸ਼ਰ ਦੇ ਲੋਕੋ। ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਰੋਗੇ ਤਾਂ ਤੁਸੀਂ ਅੱਜ ਦੇਖ ਲਿਆ ਕਿ ਤੁਹਾਡੀ ਸੁਰੱਖਿਆ ਕਿੱਦਾਂ ਹੋ ਗਿਆ। ਇਹ ਲਾਸਟ ਆਇਤ ਪੜ੍ਹ दीजिए, बहुत प्यारी आयत, जबूर 125 ओदी 2। जबूर 125 ओदा 2 आयत। जिस प्रकार यरूशलेम के चारों ओर पहाड़ है, उसी प्रकार यहोवा अपनी प्रजा के चारों ओर
अब से लेकर सर्वदा तक बना रहेगा। आमीन। आइए सब आमीन। आमीन कहिए। आमीन। आमीन। जिस तरह यरूशलेम ਦੇ इर्द गिर्द पहाड़ां ਦੀ ਸੁਰੱਖਿਆ ਦਿੱਤੀ ਹੋਈ ਹੈ, ਉਸੇ ਤਰ੍ਹਾਂ ਯਹੋਵਾ ਆਪਣੀ ਪ੍ਰਜਾ ਦੇ इर्द गिर्द ਹੁਣ ਤੋਂ ਲੈ ਕੇ ਸਦਾ ਤੱਕ ਬਣਿਆ ਰਹੇਗਾ। ਹਾਲੇਲੂਇਆ। ਪਰ हालेलुया। ਸ਼ਰਤ ਇਹ ਹੈ ਕਿ ਉਹਦੀ ਪ੍ਰਜਾ ਬਣਨਾ ਪਵੇਗਾ, जाने ਉਹਦੇ ਬੱਚੇ ਬਣਨਾ ਪਵੇਗਾ, ਉਹਦੇ ਪਰਿਵਾਰ ਦੇ ਵਿੱਚ ਜਨਮ ਲੈਣਾ ਪਵੇਗਾ ਔਰ ਪ੍ਰਭੂ ਯਿਸੂ ਮਸੀਹਾ ਨੂੰ, ਪਵਿੱਤਰ ਆਤਮਾ ਨੂੰ, ਯਹੋਵਾ ਪਿਤਾ ਨੂੰ ਆਪਣੇ ਅੰਦਰ ਲੈਣਾ ਪਵੇਗਾ। ਹਾਲੇਲੂਇਆ। हालेलुया। ਸੋ ਜੇ ਹੁਣ ਤੱਕ, ਜੇ ਅੱਜ ਸਾਨੂੰ ਇਹਨਾਂ ਵਚਨਾਂ ਤੋਂ ਪਤਾ ਲੱਗਾ ਕਿ ਹਜੇ ਵੀ ਸਾਡਾ ਸੁਭਾਵ ਤੋਂ, ਅਸੀਂ ਆਪਣੇ ਸੁਭਾਵ ਤੋਂ ਸਾਨੂੰ ਪਤਾ ਲੱਗ ਗਿਆ ਕਿ ਹਜੇ ਤੱਕ ਅਸੀਂ ਉਹਦੇ ਘਰ ਦੇ ਵਿੱਚ ਜਨਮ ਹੀ ਨਹੀਂ ਲਿਆ। ਬਾਈਬਲ ਲਿਖਿਆ ਕਹਿੰਦਾ ਜੇ ਤੂੰ ਹਜੇ ਵੀ ਪਾਪ ਕਰਦਾ ਰਹਿੰਦਾ ਹੈ ਤਾਂ ਤੂੰ ਸਮਝ ਲੈ ਕਿ ਤੂੰ ਉਹਨੂੰ ਜਾਣਿਆ ਵੀ ਨਹੀਂ ਹਜੇ। ਤੂੰ ਸੋਚ ਰਿਹਾ ਹੈ ਕਿ ਮੈਂ ਜਨਮ ਲੈ ਲਿਆ, ਮੇਰਾ ਨਾਮ ਉਹਦੀ ਪੁਸਤਕ ਚ ਆ ਗਿਆ। ਨਹੀਂ, ਹੋ ਸਕਦਾ ਤੇਰਾ ਨਾਮ ਕੱਟਿਆ ਗਿਆ ਹੋਵੇ, ਹੋ ਸਕਦਾ ਹੈ ਤੂੰ ਹਜੇ ਤੱਕ ਉਹਨੂੰ ਜਾਣਿਆ ਨਹੀਂ ਹੈ। ਜੇ ਅੱਜ ਪਤਾ ਲੱਗ ਗਿਆ ਕਿ ਸਾਡਾ ਨਾਮ ਕੱਟਿਆ ਗਿਆ ਸੀ, ਅੱਜ ਸਭ ਨੇ ਪ੍ਰਾਰਥਨਾ ਕਰਨੀ ਹੈ, ਪ੍ਰਭੂ ਯਿਸੂ ਆइए ਅਸੀਂ ਸਭ ਆਪਣੀ ਅੱਖਾਂ ਬੰਦ ਕਰਾਂਗੇ। ਮੈਂ ਲਾਸਟ ਪ੍ਰਾਰਥਨਾ ਕਰਾਂਗਾ ਔਰ ਮੇਰੇ ਨਾਲ ਨਾਲ ਸਭ ਇਸ ਪ੍ਰਾਰਥਨਾ ਨੂੰ ਕਰਦੇ ਰਹੀਏਗਾ। Thank you, Father. ਹਾਲੇਲੂਇਆ। ਧੰਨਵਾਦ ਅੱਬਾ ਪਿਤਾ ਪਰਮੇਸ਼ਰ, Thank you, Jesus. ਇਹਨਾਂ ਉੱਤਮ ਵਚਨਾਂ ਦੇ ਲਈ ਮੇਰੇ ਅੱਬਾ ਪਿਤਾ Thank you, ਪਰਮੇਸ਼ਰ, Thank you, Jesus. ਜੋ ਤੁਸੀਂ ਸਾਨੂੰ ਦਿੱਤੇ ਮੇਰੇ ਪਿਤਾ ਪਰਮੇਸ਼ਰ। Thank you, Lord. ਪਿਤਾ ਪਰਮੇਸ਼ਰ, ਜੇ ਬੀਤੇ ਸਮੇਂ ਦੇ ਵਿੱਚ ਅਸੀਂ ਆਪਣੀ ਗਲਤੀਆਂ ਦੁਆਰਾ, ਅਸੀਂ ਆਪਣੀਆਂ ਇੱਛਾਵਾਂ ਦੁਆਰਾ ਆਪਣਾ ਨਾਮ ਉਸ ਸਵਰਗ ਦੀ ਪੁਸਤਕ ਦੇ ਵਿੱਚੋਂ ਕਟਵਾ ਬੈਠੇ ਹਾਂ, ਤਾਂ ਪ੍ਰਭੂ ਅੱਜ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਇੱਕ ਵਾਰ ਫੇਰ ਸਾਡਾ ਨਾਮ ਉਸ ਪੁਸਤਕ ਦੇ ਵਿੱਚ ਦਰਜ ਕਰ ਦੀਜੀਏ। ਇੱਕ ਵਾਰ ਫੇਰ ਸਾਡਾ ਨਾਮ ਆਪਣੀ ਜੀਵਨ ਦੀ ਪੋਥੀ ਦੇ ਵਿੱਚ ਲਿਖ ਲੀਜੀਏ। ਇੱਕ ਵਾਰ ਫੇਰ ਸਾਡਾ ਨਾਮ ਆਪਣੇ ਘਰਾਣੇ ਦੇ ਵਿੱਚ ਸ਼ਾਮਿਲ ਕਰ ਲੀਜੀਏ। ਇੱਕ ਵਾਰ ਫੇਰ ਸਾਨੂੰ ਆਪਣੇ ਘਰਾਣੇ ਦੇ ਵਿੱਚ ਸ਼ਾਮਿਲ ਕਰ ਲੀਜੀਏ। ਮੇਰੇ ਪ੍ਰਭੂ ਯਿਸੂ ਮਸੀਹਾ, ਜਿੰਨੇ ਵੀ ਬੱਚਿਆਂ ਨੇ ਅੱਜ ਤੁਹਾਡੇ ਕਲਾਮ ਨੂੰ ਸੁਣਿਆ ਹੈ, ਪਿਤਾ ਜੀ ਇਹਨਾਂ ਦੇ ਅੰਦਰ ਕਲਾਮ ਦਾ ਬੀਜ ਸਦਾ ਬਣਿਆ ਰਵੇ, ਇਹਨਾਂ ਦੇ ਅੰਦਰ ਪਵਿੱਤਰ ਆਤਮਾ ਦਾ ਬੀਜ ਸਦਾ ਬਣਿਆ ਰਵੇ। ਮੇਰੇ ਪਿਤਾ ਪਰਮੇਸ਼ਰ, ਇਹਨਾਂ ਦੇ ਪਰਿਵਾਰਾਂ ਦੇ ਉੱਤੇ ਦਇਆ ਕਰ, ਇਹਨਾਂ ਦੇ ਬੱਚਿਆਂ ਦੇ ਉੱਤੇ ਦਇਆ ਕਰ, ਇਹਨਾਂ ਦੇ ਬੱਚਿਆਂ ਦੇ ਉੱਤੇ ਸਦਾ ਤੇਰਾ ਸਾਇਆ ਰਵੇ। ਮੇਰੇ ਅੱਬਾ ਪਿਤਾ ਪਰਮੇਸ਼ਰ, ਸਦਾ ਤੇਰਾ ਬੀਜ ਮੇਰੇ ਪਿਤਾ ਇਹਨਾਂ ਦੇ ਬੱਚਿਆਂ ਦੇ ਵਿੱਚ ਬਣਿਆ ਰਵੇ, ਤਾਂ ਕਿ ਮੇਰੇ ਪਿਤਾ ਸਦਾ ਤੇਰੇ ਦੂਤ ਰਖਵਾਲੀ ਕਰਨ। ਕਿਉਂਕਿ ਮੇਰੇ ਪਿਤਾ ਅਸੀਂ ਜਾਣਦੇ ਹਾਂ ਕਿ ਤੂੰ ਕਹਿ ਕੇ ਮੁੱਕਰਦਾ ਨਹੀਂ। ਤੂੰ ਕਿਹਾ ਹੈ ਕਿ ਜਿਹਦੇ ਵਿੱਚ ਤੇਰਾ ਬੀਜ ਹੈ, ਸਦਾ ਮੇਰੇ ਦੂਤ ਉਹਨਾਂ ਦੀ ਰੱਖਿਆ ਕਰਦੇ ਹਨ। ਉਹ ਜੋ ਪਰਮੇਸ਼ਰ ਤੋਂ ਡਰਦੇ ਰਹਿੰਦੇ ਹਨ, ਪਰਮੇਸ਼ਰ ਸਦਾ ਆਪਣੇ ਦੂਤਾਂ ਨੂੰ ਭੇਜ ਕੇ ਰੱਖਿਆ ਕਰਦਾ ਹੈ। ਉਹ ਜੋ ਪਰਮੇਸ਼ਰ ਦੇ ਬੱਚੇ ਹਨ, ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ। ਉਹ ਜੋ ਪਰਮੇਸ਼ਰ ਦੇ ਬੱਚੇ ਹਨ, ਉਹਨਾਂ ਦੇ ਲਈ ਪਰਮੇਸ਼ਰ ਆਪਣੇ ਦੂਤਾਂ ਨੂੰ ਆਗਿਆ ਦਿੰਦਾ ਹੈ ਕਿ ਉਹ ਉਹਨਾਂ ਨੂੰ ਆਪਣੇ ਹੱਥਾਂ ਤੇ ਉਠਾ ਲੈਣ, ਤਾਂ ਕਿ ਉਹਨਾਂ ਦੇ ਪੈਰ ਨੂੰ ਠੋਕਰ ਨਾ ਲੱਗੇ। ਉਹ ਮੇਰੇ ਪ੍ਰਭੂ ਜੀ, ਅੱਜ ਅਸੀਂ ਜਾਣਿਆ ਕਿ ਜੋ ਸਾਡੇ ਵੱਲ ਹੈ ਉਹ ਉਹਦੇ ਨਾਲੋਂ ਬਹੁਤ ਵੱਧ ਕੇ ਹੈ ਜੋ ਇਸ ਸੰਸਾਰ ਦੇ ਵਿੱਚ ਹੈ। ਜਿਹੜੀ ਸੈਨਾ ਸਾਡੀ ਹੈ, ਉਸ ਸੈਨਾ ਦੇ ਬਰਾਬਰ ਕੋਈ ਸੈਨਾ ਹੈ ਹੀ ਨਹੀਂ। ਸਾਡੇ ਵੱਲ ਜੋ ਸਵਰਗ ਦੀ ਸੈਨਾ ਹੈ, ਉਹ ਉਸ ਸ਼ੈਤਾਨ ਦੀ, ਉਸ ਅਧਿਕਾਰ ਦੀ ਸੈਨਾ ਤੋਂ ਬਹੁਤ ਮਜ਼ਬੂਤ, ਬਹੁਤ ਤਕੜੀ ਔਰ ਬਹੁਤ ਜ਼ਿਆਦਾ ਸਮਰਥੀ ਹੈ। ਸਾਡੇ ਵੱਲ ਮੇਰੇ ਅੱਬਾ ਪਿਤਾ ਤੁਸੀਂ ਹੋ। ਮੇਰੇ ਯਹੋਵਾ ਪਿਤਾ ਪਰਮੇਸ਼ਰ, ਧੰਨਵਾਦ ਕਰਦਾ ਹਾਂ। ਮੇਰੇ ਪਿਤਾ ਪਰਮੇਸ਼ਰ, ਤੇਰੀ ਦਇਆ ਸਦਾ ਬਣੀ ਰਹੇ। ਮੇਰੇ ਪਿਤਾ ਪਰਮੇਸ਼ਰ, ਇੱਕ ਵਾਰ ਫੇਰ ਤੇਰੇ ਅੱਗੇ ਅਸੀਂ ਸਭ ਇਹੀ ਬੇਨਤੀ ਕਰਦੇ ਹਾਂ, ਜੇ ਆਪਣੀਆਂ ਗਲਤੀਆਂ ਦੁਆਰਾ ਅਸੀਂ ਆਪਣਾ ਨਾਮ ਕਟਵਾ ਬੈਠੇ ਸੀ, ਜੇ ਆਪਣੀ ਗਲਤੀ ਦੁਆਰਾ ਅਸੀਂ ਉਸ ਘਰਾਣੇ ਚੋਂ ਬਾਹਰ ਹੋ ਗਏ ਸੀ, ਤਾਂ ਪ੍ਰਭੂ ਯਿਸੂ ਮਸੀਹਾ ਜੀ ਸਾਨੂੰ ਫਿਰ ਇੱਕ ਵਾਰ ਮਾਫ ਕਰਕੇ, ਆਪਣੇ ਲਹੂ ਨਾਲ ਸ਼ੁੱਧ ਕਰਕੇ ਆਪਣੇ ਘਰਾਣੇ ਦੇ ਵਿੱਚ ਦੁਬਾਰਾ ਸ਼ਾਮਿਲ ਕਰ ਲੀਜੀਏ। ਪ੍ਰਭੂ ਮੇਰੇ ਪਿਤਾ ਜੀ, ਸਾਡਾ ਵਿਸ਼ਵਾਸ ਹੈ ਕਿ ਜਦ ਅਸੀਂ ਸਭ ਨੇ ਇਹ ਪ੍ਰਾਰਥਨਾ ਕੀਤੀ ਹੈ, ਤਾਂ ਮੇਰੇ ਪ੍ਰਭੂ ਸਵਰਗ ਦੇ ਵਿੱਚ ਇੱਕ ਉੱਤਮ ਪਾਰਟੀ ਸ਼ੁਰੂ ਹੋ ਗਈ ਹੈ। ਇੱਕ ਵੱਡਾ ਉੱਥੇ ਆਨੰਦ ਸ਼ੁਰੂ ਹੋ ਗਿਆ ਹੈ ਕਿ ਅੱਜ ਇਹਨਾਂ ਪਾਪੀਆਂ ਨੇ ਦੁਬਾਰਾ ਤੌਬਾ ਕਰ ਲਈ ਹੈ। ਇਹਨਾਂ ਪਾਪੀਆਂ ਨੇ ਦੁਬਾਰਾ ਤੌਬਾ ਕੀਤੀ ਔਰ ਸਾਡਾ ਨਾਮ ਫੇਰ ਸਵਰਗ ਦੇ ਵਿੱਚ ਉਸ ਜੀਵਨ ਦੀ ਪੁਸਤਕ ਦੇ ਵਿੱਚ ਤੁਸੀਂ ਲਿਖ ਲਿਆ। ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਅੱਗੇ, ਆਪਣੇ ਪਵਿੱਤਰ ਆਤਮਾ ਦੁਆਰਾ ਸਾਨੂੰ ਆਪਣੇ ਵਚਨ ਸਿਖਾ ਕੇ ਇਹਨਾਂ ਪਾਪਾਂ ਤੋਂ ਬਚਾਏ ਰੱਖੀਏਗਾ। ਅਸੀਂ ਡਿੱਗੇ ਨਾ ਰਹੀਏ, ਅਸੀਂ ਉੱਠ ਕੇ ਖੜੇ ਹੋ ਕੇ ਤੁਰੀਏ, ਅਸੀਂ ਯੁੱਧ ਦੇ ਵਿੱਚ ਜਿੱਤ ਸਕੀਏ, ਤਾਂ ਕਿ ਮੇਰੇ ਪਿਤਾ ਅੰਤ ਤੱਕ ਸਥਿਰ ਰਹਿ ਸਕੀਏ ਔਰ ਉਸ ਪਾਪ ਦੇ ਉੱਤੇ ਅਸੀਂ ਜੈ ਪ੍ਰਾਪਤ ਕਰ ਸਕੀਏ, ਤਾਂ ਕਿ ਤੁਹਾਡੇ ਕੋਲੋਂ ਮੁਕਟ ਪਾ ਕੇ ਤੁਹਾਡੇ ਰਾਜ ਦੇ ਵਿੱਚ ਸਦਾ ਦੇ ਜੀਵਨ ਦੇ ਵਿੱਚ ਅਸੀਂ ਰਹਿ ਸਕੀਏ।
Yes, Lord. ਮੇਰੇ ਪਿਤਾ ਜੇ ਮੰਗਣੋਂ ਭੁੱਲ ਗਿਆ, ਮੇਰੇ ਪਿਤਾ ਪਰਮੇਸ਼ਰ ਦੇ ਦੀਜੀਏਗਾ, ਕਿਉਂਕਿ ਤੁਸੀਂ ਜਾਣਦੇ ਹੋ ਹਰ ਵਿਅਕਤੀ ਨੂੰ ਇੱਥੇ ਜੋ ਬੈਠਾ ਹੈ ਕਿ ਇਹਨਾਂ ਗੱਲਾਂ ਦੀ ਲੋੜ ਹੈ। ਮੇਰੇ ਪਿਤਾ Yes, ਗ੍ਰਹਿਣ Lord. ਕਰਦੇ ਹਾਂ ਯਿਸੂ ਮਸੀਹਾ ਦੇ ਨਾਮ ਦੇ ਵਿੱਚ, ਆਮੀਨ ਆਮੀਨ। ਸੋ Amen. ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਇਹਨਾਂ ਚੰਗੇ ਵਚਨਾਂ ਦੇ ਲਈ। ਅਗਲੇ ਹਫਤੇ ਜੇ ਪਰਮੇਸ਼ਰ ਦੇ ਆਉਣ ਦੇ ਵਿੱਚ ਦੇਰੀ ਹੋਈ ਤਾਂ ਅਗਲੇ ਹਫਤੇ ਅਸੀਂ ਫਿਰ ਜ਼ੂਮ ਦੇ ਉੱਤੇ ਮੀਟਿੰਗ ਕਰਾਂਗੇ, ਔਰ ਜੇ ਪ੍ਰਭੂ ਯਿਸੂ ਮਸੀਹਾ ਆ ਗਏ ਤਾਂ ਅਸੀਂ ਸਵਰਗ ਦੇ ਵਿੱਚ ਮੀਟਿੰਗ ਕਰਾਂਗੇ। ਹਾਲੇਲੂਇਆ। Hallelujah. ਕਿਉਂ? ਕਿਉਂਕਿ ਅੱਜ ਇਸ ਪ੍ਰਾਰਥਨਾ ਦੁਆਰਾ ਸਾਡਾ ਨਾਮ ਫਿਰ ਸਵਰਗ ਦੇ ਵਿੱਚ ਲਿਖਿਆ ਗਿਆ। ਪਰ ਮੇਰੇ ਪਿਆਰੇ ਪਰਮੇਸ਼ਰ ਦੇ ਲੋਕੋ, ਧਿਆਨ ਦੇ ਨਾਲ ਜੀਵਨ ਦੇ ਵਿੱਚ ਚੱਲੀਏਗਾ, ਨਾਮ ਦੁਬਾਰਾ ਨਾ ਕਟਵਾਈਏਗਾ। ਹਾਲੇਲੂਇਆ। ਔਰ Hallelujah. ਉਹਨਾਂ ਲੋਕਾਂ ਨੂੰ ਵੀ ਹੋਰ ਲੋਕਾਂ ਨੂੰ ਸਿਖਾਈਏਗਾ ਇਹਨਾਂ ਵਚਨਾਂ ਨੂੰ, ਤਾਂ ਕਿ ਉਹ ਵੀ ਆਪਣਾ ਨਾਮ ਜੋ ਕਟਵਾ ਚੁੱਕੇ ਹਨ ਦੁਬਾਰਾ ਦਰਜ ਕਰਾ ਸਕਣ। Thank you, ਸੋ Jesus. ਪਰਮੇਸ਼ਰ ਇਹਨਾਂ ਵਚਨਾਂ ਤੇ ਬਰਕਤ ਦੇਵੇ, ਸਭ ਨੂੰ ਜਮ ਸਕੇ। James.